ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵ। ਗੁਰ ਅਰਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ। ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਾਹਿਬ ਭਾਣੇ ਨਰ ਕਟਿਓ ਆਪਣੋ ਪੁੱਤਰ ਹਕਾਰ। ਸ਼੍ਰਵਣ ਨਾਮ ਜਿਸ ਕੋ ਹੈ ਬਿਰਧ ਕੇ ਬੰਸ ਉਦਾਰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ
जुग जुग अटल। 10 गुरु ਸਾਹਿਬਾਨ ਦੇ ਆਤਮਿਕ ਸਰੂਪ। ਕਲਯੁਗੀ ਜੀਵਾਂ ਨੂੰ ਤਾਰਨਹਾਰੇ ਜਗਤ ਗੁਰੂ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਵੇਲੇ ਦੇ ਦੀਵਾਨ ਰੋਜ਼ਾਨਾ ਦੀ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਆਰੰਭ ਹੋਏ ਹਨ। ਬੇਅੰਤ ਗੁਰੂ ਕੀ ਸੰਗਤ ਲਾਹਾ ਪ੍ਰਾਪਤ ਕਰ ਰਹੀ ਹੈ। ਗੁਰੂ ਕੀ ਸੰਗਤ ਵਿੱਚ ਜੁੜੇ ਹੋ, ਸੇਵਾਵਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਅਰਦਾਸ ਚਰਨਾਂ ਦੇ ਵਿੱਚ ਪ੍ਰਵਾਨ ਕਰਨ। ਆਓ ਕੁਝ ਕੁ ਸਮੇਂ ਵਾਸਤੇ ਗੁਰੂ ਕੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਗੁਰੂ ਕੇ ਚਰਨਾਂ ਦੇ ਵਿੱਚ ਜਿੱਥੇ ਲੜੀਵਾਰ ਕਥਾ ਦੇ ਵਿੱਚੋਂ ਆਪਾਂ 7ਵੇਂ ਪਾਤਸ਼ਾਹ ਜੀ ਦਾ ਜੀਵਨ ਆਰੰਭ ਹੋਇਆ ਹੈ ਸਰਵਣ ਕਰ ਰਹੇ ਹਾਂ, ਉੱਥੇ ਨਾਲ ਹੀ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ, ਤਿੰਨਾਂ ਦਾ ਅੱਜ ਜੋਤੀ ਜੋਤ ਦਿਹਾੜਾ ਹੈ। ਗੁਰਤਾ ਗੱਦੀ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਕੁਝ ਦਿਨ ਪਹਿਲਾਂ ਭਾਈ ਲਹਿਣਾ ਜੀ ਨੂੰ ਬਖਸ਼ ਦਿੱਤੀ ਸੀ ਔਰ ਅਗਲਾ ਗੁਰੂ ਸਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਬਣਾ ਦਿੱਤੇ ਔਰ ਅੱਜ ਵਾਲੇ ਦਿਨ ਸਤਿਗੁਰਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਸਰੀਰ ਛੱਡਿਆ। ਕੁਝ ਕੁ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਰਵਣ ਕਰਾਂਗੇ। ਆਓ ਇੱਕ ਵਾਰੀ ਸਾਰੀ ਸੰਗਤ ਸਹਿਬ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਜਿਨ੍ਹਾਂ ਦਾ ਜੀਵਨ ਆਪਾਂ ਹੁਣ ਆਰੰਭ ਕਰਨ ਜਾ ਰਹੇ ਹਾਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਆਪਾਂ ਸਰਵਣ ਕੀਤਾ ਹੈ ਔਰ ਉਹਨਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਸਰੀਰ ਛੱਡਿਆ। ਸਾਰੀਆਂ ਕਿਰਿਆਵਾਂ ਗੁਰੂ ਕੇ ਪਰਿਵਾਰ ਨੇ, ਸਿੱਖਾਂ ਨੇ ਭਾਵਨਾ ਦੇ ਨਾਲ ਸੰਗਤਾਂ ਨੇ ਨਿਭਾਈਆਂ ਔਰ 6ਵੇਂ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਅਗਲੇ ਗੁਰੂ ਥਾਪਿਆ ਹੈ ਔਰ ਪਾਤਸ਼ਾਹ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹਨ। ਤੇ ਬਹੁਤ ਸਾਰੀ ਸੰਗਤ ਜਦੋਂ ਸਤਿਗੁਰਾਂ ਨੇ ਸਰੀਰ ਛੱਡਿਆ 6ਵੇਂ ਪਾਤਸ਼ਾਹ ਜੀ ਨੇ ਤੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੀ ਹੈ ਔਰ ਫਿਰ 13ਵੇਂ ਦਿਨ 13 ਕੁ ਦਿਨ 2 ਕੁ ਹਫ਼ਤੇ ਦਾ ਸਮਾਂ ਬਤੀਤ ਹੋਇਆ ਤੇ ਜਿਹੜੇ ਗੁਰੂ ਕੇ ਸਿੱਖ ਸੰਸਕਾਰ ਵੇਲੇ ਨਹੀਂ ਵੀ ਪਹੁੰਚ ਸਕੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਹੁਣ ਪਹੁੰਚੇ ਹਨ ਔਰ ਵੱਡੇ ਰੂਪ ਦੇ ਵਿੱਚ ਗੁਰੂ ਕੇ ਲੰਗਰ ਤਿਆਰ ਹੋਏ, ਦੀਵਾਨ ਸੱਜੇ, ਆਨੰਦਮਈ ਗੁਰਬਾਣੀ ਦਾ ਬੈਰਾਗਮਈ ਕੀਰਤਨ ਹੋਇਆ ਔਰ ਗੁਰੂ ਕੇ ਪਰਿਵਾਰ ਦੇ ਵੱਲੋਂ ਬਹੁਤ ਵੱਡਾ ਦਾਨ ਵਸਤਰਾਂ ਦਾ, ਸ਼ਸਤਰਾਂ ਦਾ, ਧਨ ਦਾ, ਪਦਾਰਥਾਂ ਦਾ ਕੀਤਾ ਗਿਆ ਹੈ ਔਰ ਬੇਅੰਤ ਸੰਗਤ ਫਿਰ ਐਸੇ ਵੈਰਾਗਮਈ ਕਾਰਜ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਆਪਣੇ ਨਗਰਾਂ ਨੂੰ ਪਰਤ ਗਏ ਹਨ। ਕੁਝ ਕੁ ਮੁਖੀ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿਣ ਵਾਲੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਹਨ ਔਰ ਹੁਣ ਜੈਸਾ ਜੈਸਾ 6ਵੇਂ ਪਾਤਸ਼ਾਹ ਜੀ ਦਾ ਹੁਕਮ ਸੀਗਾ ਉਸੇ ਮੁਤਾਬਕ ਰਾਏ ਜੋਧ ਸ਼ਾਹ ਆਪਣੇ ਨਗਰ ਨੂੰ ਚਲੇ ਗਏ ਹਨ ਔਰ ਭਾਈ ਰੂਪਾ ਜੀ ਇਸੇ ਤਰ੍ਹਾਂ
ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਨਾਨਕੀ ਜੀ, ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਜੀ ਦੀ ਧਰਤੀ ਨੂੰ, ਇਸੇ ਤਰ੍ਹਾਂ ਜਿੱਥੇ ਜਿੱਥੇ ਜਿਵੇਂ ਜਿਵੇਂ ਪਾਤਸ਼ਾਹ ਜੀ ਦਾ ਹੁਕਮ ਸੀਗਾ, ਉਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਸਤ ਵਚਨ ਕਰਕੇ ਮੰਨਿਆ ਔਰ ਉੱਥੇ ਉੱਥੇ ਜਾ ਕਰਕੇ ਜਿਹੜਾ ਜੀਵਨ ਹੈ ਬਸਰ ਕੀਤਾ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਆਓ ਅਗਲੇਰਾ ਜਿਹੜਾ ਇਤਿਹਾਸ ਹੈ, ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸੱਤਵੇਂ ਪਾਤਸ਼ਾਹ ਵਿਰਾਜਮਾਨ ਹਨ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਾਹਿਬ ਪਾਣੇ ਨਰ ਪਟਿਓ ਆਪਣਾ ਪੁੱਤਰ ਹਕਾਰ। ਔਰ ਹੁਣ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਜਿਹੜੇ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ ਹਨ, ਔਰ ਸੱਤਵੇਂ ਸਤਿਗੁਰਾਂ ਨੇ ਭਾਈ ਭਾਨਾ ਜੀ ਨੂੰ ਬੇਨਤੀ ਕੀਤੀ ਹੈ ਕਿ ਇਹ ਭਾਈ ਭਾਨਾ ਜੀ, ਜਾਓ ਤੁਸੀਂ ਵੀ ਆਪਣੇ ਨਗਰ ਪਹੁੰਚੋ, ਰਮਦਾਸ ਦੀ ਧਰਤੀ 'ਤੇ ਜਾਓ। ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਹਨ, ਪਰਿਵਾਰ ਦੇ ਵਿੱਚੋਂ ਹਨ। ਜਾਓ ਤੁਸੀਂ ਉੱਥੇ ਰਹੋ ਔਰ ਤੁਹਾਡਾ ਜਿਹੜਾ ਅੰਤ ਸਮਾਂ ਹੈ ਨੇੜੇ ਆਉਣ ਵਾਲਾ ਹੈ। ਕੁਝ ਦਿਨਾਂ ਬਾਅਦ ਤੁਸਾਂ ਨੇ ਵੀ ਸਰੀਰ ਛੱਡਣਾ ਹੈ ਔਰ ਉਸ ਨਗਰ ਦੇ ਵਿੱਚ ਪਹੁੰਚੋ ਜਿੱਥੇ ਕਦੇ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕਰਕੇ ਸਰੀਰ ਛੱਡਿਆ ਹੈ। ਹੁਣ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਐਸਾ ਬਚਨ ਕੀਤਾ ਹੈ। ਕਹਿਣ ਲੱਗੇ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਸਤ ਵਚਨ ਕਰਕੇ ਮੰਨਿਆ। ਸਾਹਿਬ ਭਾਣੇ ਨਰ ਪਠਿਓ ਆਪਣੇ ਪੁੱਤਰ ਹਕਾਰ। ਤੇ ਸੱਤਵੇਂ ਪਾਤਸ਼ਾਹ ਜੀ ਦਾ ਜਿਵੇਂ ਹੁਕਮ ਸੀਗਾ ਕਿ ਭਾਈ ਭਾਨਾ ਜੀ ਤੁਸੀਂ ਹੁਣ ਆਪਣੇ ਨਗਰ ਪਹੁੰਚੋ ਤੇ ਆਪਣੇ ਪੁੱਤਰ ਨੂੰ ਇੱਥੇ ਭੇਜੋ। ਆਪਣਾ ਜਿਹੜਾ ਪੁੱਤਰ ਹੈ ਉਹ ਹੁਣ ਇੱਥੇ ਰਹੇ ਆ ਕਰਕੇ। ਔਰ ਇਸੇ ਤਰ੍ਹਾਂ ਸਾਹਿਬ ਭਾਣੇ ਨਰ ਪਠਿਓ ਆਪਣੇ ਪੁੱਤਰ ਹਕਾਰ, ਭਾਈ ਭਾਨਾ ਜੀ ਨੇ ਆਪਣੇ ਪੁੱਤਰ ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਬੁਲਾਉਣ ਵਾਸਤੇ ਇੱਕ ਸੇਵਕ ਨੂੰ ਭੇਜਿਆ ਹੈ। ਔਰ ਇਹ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ, ਜਿਹਦਾ ਨਾਮ ਹੈ ਭਾਈ ਸਰਵਣ ਜੀ। ਇਹ ਹੁਕਮ ਪ੍ਰਾਪਤ ਕਰਕੇ ਸੱਤਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਔਰ ਸਤਿਗੁਰਾਂ ਦਾ ਜਿਉਂ ਹੀ ਹੁਕਮ ਮਿਲਿਆ ਤੇ ਚੱਲ ਕਰਕੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਭਾਈ ਸਰਵਣ ਜੀ ਪਹੁੰਚੇ ਹਨ। ਔਰ ਸਹਿਬ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੇ ਪੁੱਤਰ ਨੂੰ ਭਾਈ ਭਾਨਾ ਜੀ ਨੇ ਜੋੜਿਆ ਹੈ। ਬੜੇ ਪਿਆਰ ਦੇ ਨਾਲ ਸਮਝਾਇਆ ਹੈ ਕਿ ਸਤਿਗੁਰਾਂ ਦੀ ਬੜੀ ਲਗਨ ਦੇ ਨਾਲ, ਭਾਵਨਾ ਦੇ ਨਾਲ ਸੇਵਾ ਕਰਨੀ ਹੈ। ਗੁਰ ਜਸ ਭਲੇ ਭਾਖ ਸਮਝਾਇਓ। ਗੁਰੂ ਦਾ ਜਸ, ਗੁਰੂ ਦੀ ਵਡਿਆਈ ਕਰਕੇ ਆਪਣੇ ਪੁੱਤਰ ਨੂੰ ਭਾਈ ਭਾਨਾ ਜੀ ਨੇ ਸਮਝਾਇਆ ਹੈ। ਔਰ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਚਰਨਾਂ ਦੇ ਨਾਲ ਜੋੜ ਦਿੱਤਾ ਔਰ ਆਪਣੇ ਪੁੱਤਰ ਨੂੰ, ਪੁੱਤਰ ਦੀ ਜਿਹੜੀ ਬਾਂਹ ਹੈ ਸੱਤਵੇਂ ਪਾਤਸ਼ਾਹ ਜੀ ਨੂੰ ਪਕੜਾ ਦਿੱਤੀ ਹੈ। ਇਹ ਸੱਤਵੇਂ ਪਾਤਸ਼ਾਹ ਗਰੀਬ ਨਿਵਾਜ, ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬਾਨਾਂ ਤੋਂ ਲੈ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਚਰਨਾਂ ਦੇ ਨਾਲ ਸਾਰੇ ਗੁਰੂ ਸਾਹਿਬਾਨ ਨੇ ਲਾਈ ਰੱਖਿਆ ਹੈ। ਔਰ ਜਿਸ ਤਰ੍ਹਾਂ ਦਾਸ ਨੂੰ ਵੀ ਤੁਸੀਂ ਆਪਣੇ ਚਰਨਾਂ ਦੇ ਵਿੱਚ ਰੱਖ ਕੇ ਵੱਡਾ ਮਾਣ ਬਖਸ਼ਿਸ਼ ਕੀਤਾ ਹੈ, ਇਸੇ ਤਰ੍ਹਾਂ ਇਹ ਜਿਹੜਾ ਸਾਡਾ ਪੁੱਤਰ ਹੈ, ਇਹਨਾਂ ਨੂੰ ਵੀ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਜੀ। ਔਰ ਆਪ ਭਾਈ ਭਾਨਾ ਜੀ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਔਰ ਸਤਿਗੁਰਾਂ ਤੋਂ ਆਗਿਆ ਪ੍ਰਾਪਤ ਕਰਕੇ
ਭਾਈ ਭਾਨਾ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਧਰਤੀ ਤੋਂ ਵਿਦਾ ਹੋਏ ਹਨ। ਪਹੁੰਚਿਓ ਆਪਨ ਗ੍ਰਾਮ ਰਮਦਾਸ। ਔਰ ਚੱਲ ਕਰਕੇ ਸ੍ਰੀ ਰਾਮਦਾਸ ਦੀ ਧਰਤੀ ਤੇ ਭਾਈ ਭਾਨਾ ਜੀ ਪਹੁੰਚ ਗਏ ਹਨ। ਏਕ ਸਮੋ ਸਦਰ ਮਹਿ ਬਾਸ। ਔਰ ਕੁਝ ਸਮਾਂ ਇਹਨਾਂ ਨੇ ਇਸ ਧਰਤੀ ਤੇ ਰਾਮਦਾਸ ਵਿਖੇ ਆਪਣਾ ਨਿਵਾਸ ਰੱਖਿਆ ਹੈ। ਤਨ ਕੋ ਤਿਆਗ ਗੁਰਪੁਰ ਗਇਓ। ਔਰ ਕੁਝ ਚਿਰ ਬਾਅਦ ਆਪਣਾ ਪੰਜ ਭੌਤਿਕ ਇਹ ਸਰੀਰ ਭਾਈ ਭਾਨਾ ਜੀ ਛੱਡ ਗਏ। ਸਰੀਰ ਨੂੰ ਭਾਈ ਭਾਨਾ ਜੀ ਨੇ ਤਿਆਗਿਆ ਹੈ। ਧਰਮ ਗਿਆਨ ਕੋ ਜਿਹ ਸੁਖ ਭਇਓ। ਔਰ ਜਿਨ੍ਹਾਂ ਨੇ ਸੇਵਾ ਕਰ ਕਰਕੇ ਗੁਰੂ ਕੇ ਚਰਨਾਂ ਦੇ ਵਿੱਚੋਂ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ, ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਬੇਅੰਤ ਆਸ਼ੀਰਵਾਦ ਲਏ ਹਨ, ਜਿਨ੍ਹਾਂ ਦੇ ਕੋਲ ਮਹਾਨ ਬ੍ਰਹਮ ਦਾ ਗਿਆਨ ਹੈ ਗੁਰੂ ਕਾ ਬਖਸ਼ਿਆ ਹੋਇਆ, ਔਰ ਜਿਹਦੇ ਕਰਕੇ ਹਮੇਸ਼ਾ ਸੁੱਖਾਂ ਦੇ ਵਿੱਚ ਨਿਵਾਸ ਹੈ, ਉੱਚੀ ਅਵਸਥਾ ਨੂੰ ਭਾਈ ਭਾਨਾ ਜੀ ਨੇ ਪ੍ਰਾਪਤ ਕੀਤਾ ਹੈ। ਕੀਰਤਪੁਰ ਮੈਂ ਸ੍ਰੀ ਹਰਿ ਰਾਏ। ਔਰ ਛੇਵੇਂ ਸੱਤਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਹੈ ਵਿਰਾਜਤ ਗੁਰਤਾ ਪਾਏ। ਔਰ ਜਦੋਂ ਦੀ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਔਰ ਦਾਦਾ ਜੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਪੁਰੀ ਪਿਆਨਾ ਹੋਏ ਹਨ। ਸ੍ਰੀ ਹਰਿਰਾਏ ਸਾਹਿਬ ਜੀ ਨੇ ਇਸ ਪਵਿੱਤਰ ਧਰਤੀ ਤੇ ਡੇਰੇ ਲਾਏ ਹੋਏ ਹਨ, ਇੱਥੇ ਹੀ ਟਿਕੇ ਹੋਏ ਹਨ। ਸੂਰਜ ਮਨ ਰਹਿ ਨਿਤ ਸਦੀਵਾ। ਔਰ ਬਾਬਾ ਸੂਰਜਮਲ ਜੀ ਜੋ ਪਿਤਾ ਦਾ ਹੁਕਮ ਹੈ, ਉਸ ਹੁਕਮ ਦੇ ਮੁਤਾਬਕ ਹਮੇਸ਼ਾ ਹੀ ਸ੍ਰੀ ਹਰਿਰਾਏ ਸਾਹਿਬ ਜੀ ਦੇ ਕੋਲ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਬਾਬਾ ਸੂਰਜਮਲ ਜੀ ਨੇ ਟਿਕਾਣਾ ਰੱਖਿਆ ਹੈ, ਔਰ ਬੜੇ ਪਿਆਰ ਦੇ ਨਾਲ ਸਤਵੇਂ ਪਾਤਸ਼ਾਹ ਜੀ ਦੇ ਨਾਲ ਹੀ ਇੱਥੇ ਰਹਿ ਰਹੇ ਹਨ। ਪਿਤਾ ਕੇ ਕਰ ਮਨ ਨੀਵਾ। ਔਰ ਪਿਤਾ ਦੇ ਕਹੇ ਮੁਤਾਬਕ ਭਾਵੇਂ ਰਿਸ਼ਤੇ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਬਾ ਸੂਰਜਮਲ ਜੀ ਚਾਚਾ ਜੀ ਲੱਗਦੇ ਹਨ, ਭਾਵੇਂ ਰਿਸ਼ਤੇਦਾਰੀ ਦੇ ਕਰਕੇ ਉੱਚੇ ਹਨ। ਹੁਣ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਸੂਰਜਮਲ ਜੀ ਪੁੱਤਰ ਹਨ, ਔਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪੋਤਰੇ ਹਨ। ਪਰ ਜਦੋਂ ਗੁਰਤਾ ਗੱਦੀ ਸਤਿਗੁਰਾਂ ਨੇ ਬਖਸ਼ ਦਿੱਤੀ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ, ਔਰ ਆਪ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਦਿੱਤਾ ਸੀਗਾ। ਦੇਖੋ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਕਰਕੇ ਆਪਣੇ ਪੋਤਰੇ ਦੇ ਅੱਗੇ ਸੀਸ ਝੁਕਾ ਰਹੇ ਹਨ, ਨਮਸਕਾਰ ਕਰ ਰਹੇ ਹਨ, ਪ੍ਰਦਖਣਾ ਕਰ ਰਹੇ ਹਨ। ਭਾਵ ਇਹ ਹੈ, ਗੱਲ ਰਿਸ਼ਤੇਦਾਰੀ ਦੀ ਨਹੀਂ ਹੈ, ਗੱਲ ਸਰੀਰ ਕਰਕੇ ਵੱਡਾ ਕੌਣ ਹੈ ਛੋਟਾ ਕੌਣ ਹੈ, ਪੀੜ੍ਹੀ ਕਿਹਦੀ ਉੱਚੀ ਹੈ ਨੀਵੀਂ, ਇਹ ਗੱਲ ਨਹੀਂ ਹੈ। ਗੱਲ ਇਹ ਹੈ ਕਿ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਹੈ, ਉਹ ਜੋਤ ਸਤਿਗੁਰਾਂ ਨੇ ਅੱਗੇ ਸੱਤਵੇਂ ਪਾਤਸ਼ਾਹ ਜੀ ਦੇ 'ਚ ਟਿਕਾ ਦਿੱਤੀ ਹੈ, ਤੇ ਕਰਾਮਾਤ ਜੋਤ ਦੀ ਹੈ, ਸਤਿਕਾਰ ਜੋਤ ਦਾ ਹੈ। ਔਰ ਇਸ ਕਰਕੇ ਫਿਰ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਸੀਸ ਝੁਕਾ ਦਿੱਤਾ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਅੱਗੇ, ਔਰ ਫਿਰ ਛੇਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸੂਰਜਮਲ ਜੀ ਨੇ ਵੀ ਸੀਸ ਝੁਕਾ ਦਿੱਤਾ ਸੀਗਾ। ਦੇਖੋ, ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਅੱਜ ਜੋਤੀ ਜੋਤ ਦਿਹਾੜਾ ਹੈ, ਔਰ ਉਹਨਾਂ ਨੇ ਵੀ ਜਦੋਂ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਦਿੱਤੀ ਨਾ, ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਸੀਗਾ ਕੁਝ ਦਿਨ ਪਹਿਲਾਂ, ਤੇ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਲਹਿਣਾ ਜੀ ਦੇ ਅੱਗੇ ਸੀਸ ਝੁਕਾ ਦਿੱਤਾ ਸੀ, ਨਮਸਕਾਰ ਕਰ ਦਿੱਤੀ ਸੀ, ਔਰ ਪ੍ਰਦਖਣਾ ਕੀਤੀਆਂ ਸਨ। ਬਲਿਹਾਰ ਗਏ, ਸਦਕੇ ਗਏ, ਵਾਰਨੇ ਗਏ, ਔਰ ਵਾਰ-ਵਾਰ ਸੀਸ ਝੁਕਾਇਆ। ਗੱਲ ਇਹ ਹੈ ਕਿ ਗੱਲ ਅੰਦਰ ਚੱਲ ਰਹੀ ਵਰਤ ਰਹੀ ਜੋਤ ਦੀ ਹੈ, ਜਿਹੜੀ ਜੋਤ ਅੱਜ ਚੱਲ ਕਰਕੇ 11ਵੇਂ ਸਥਾਨ ਤੇ ਸਹਿ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮਾ ਗਈ। ਉਹ ਜੋਤ ਸ਼ਬਦ ਗੁਰੂ ਦਾ ਰੂਪ ਧਾਰਨ ਕਰਕੇ ਹਮੇਸ਼ਾ ਵਾਸਤੇ ਸਿੱਖ ਜਗਤ ਦੇ ਵਿੱਚ ਸਥਾਪਿਤ ਹੋ ਗਈ। ਉਹ ਜੋਤ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਹੈ। ਹੁਣ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਸੂਰਜਮਲ ਜੀ,
ਜਦੋਂ ਪਿਤਾ ਨੇ ਸ਼੍ਰੀ ਹਰਿ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਦਿੱਤਾ ਹੈ ਤੇ ਸੂਰਜਮਲ ਨੇ ਫਿਰ ਇਹ ਨਹੀਂ ਦਾਵਾ ਕੀਤਾ ਕਿ ਮੈਂ ਪੁੱਤਰ ਹਾਂ, ਮੈਨੂੰ ਛੱਡ ਕੇ ਤੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ। ਨਹੀਂ, ਬੜੇ ਪਿਆਰ ਦੇ ਨਾਲ ਸ਼੍ਰੀ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਨਾਲ ਮਨ ਨੀਵਾ ਕਰਕੇ ਜੁੜੇ ਹਨ। ਤੇ ਕਈ ਮਹੀਨੇ ਜਦੋਂ ਬਤੀਤ ਹੋਏ ਹਨ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਵੱਡੇ ਸੁਪਤਨੀ ਮਾਤਾ ਦਮੋਦਰੀ ਜੀ ਪਹਿਲਾਂ ਸਰੀਰ ਛੱਡ ਗਏ ਸਨ ਔਰ ਦੂਸਰੇ ਮਹਿਲ ਮਾਤਾ ਮਰਵਾਹੀ ਜੀ ਨੇ ਹੁਣ ਸਰੀਰ ਛੱਡਿਆ ਹੈ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ। ਕਹਿਣ ਲੱਗੇ ਮਰਵਾਹੀ ਤਨ ਤਿਆਗਿਓ ਤਬੈ। ਉਹਨਾਂ ਦਿਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਮਹਿਲ ਮਾਤਾ ਮਰਵਾਹੀ ਜੀ ਵੀ ਸਰੀਰ ਤਿਆਗ ਗਏ ਹਨ ਔਰ ਸਾਰੇ ਗੁਰੂ ਪਰਿਵਾਰ ਨੇ ਬੜੇ ਸਤਿਕਾਰ ਦੇ ਨਾਲ ਮਾਤਾ ਮਰਵਾਹੀ ਜੀ, ਜਿਹੜੇ ਬਾਬਾ ਸੂਰਜਮਲ ਜੀ ਦੇ, ਦੇਖੋ ਉਸ ਵੇਲੇ ਜਿਹੜੇ ਸਤਿਕਾਰਯੋਗ ਬਾਬਾ ਸੂਰਜਮਲ ਜੀ ਦੇ ਮਾਤਾ ਜੀ ਸਨ, ਇਹਨਾਂ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕੀਤੀ ਹੈ। ਇਹ ਵੀ ਇੱਥੇ ਟਿਕੇ ਹਨ ਤੇ ਸਾਰਿਆਂ ਨੇ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਸੰਸਕਾਰ ਕੀਤਾ ਹੈ। ਔਰ ਬਾਬਾ ਸੂਰਜਮਲ ਜੀ ਨੇ ਸਾਰੀ ਕਿਰਿਆ ਨਿਭਾਈ ਹੈ ਅਦਬ ਦੇ ਨਾਲ, ਸਾਰਾ ਅੰਤਮ ਵੇਲੇ ਦਾ ਇਹ ਕੰਮ ਕੀਤਾ ਹੈ। ਔਰ ਫਿਰ ਬੇਅੰਤ ਲੋੜਵੰਦ ਜਿਹੜੇ ਪਹੁੰਚੇ ਹਨ ਗੁਰੂ ਘਰ ਦੇ ਵਿੱਚ, ਸਾਰਿਆਂ ਨੂੰ ਖੁੱਲ੍ਹਾ ਜਿਹੜਾ ਦਾਨ ਹੈ ਜਥਾ ਜੋਗ ਕਈ ਤਰ੍ਹਾਂ ਦੀਆਂ ਭੇਟਾਵਾਂ ਅਰਪਿਤ ਕੀਤੀਆਂ ਹਨ। ਔਰ ਪਰਮੇਸ਼ਰ ਦੇ ਪਿਆਰੇ ਮਹਾਂਪੁਰਸ਼, ਉਹਨਾਂ ਵਾਸਤੇ ਵੀ ਸੋਹਣਾ ਗੁਰੂ ਕਾ ਲੰਗਰ ਦਾ ਪ੍ਰਬੰਧ ਕੀਤਾ ਹੈ। ਔਰ ਮਾਤਾ ਮਰਵਾਹੀ ਜੀ ਦੇ ਸਰੀਰ ਛੱਡਣ ਤੇ ਵੱਡਾ ਜਗ ਹੋਇਆ ਹੈ। ਔਰ ਕੁਝ ਗੁਰੂ ਕੇ ਸਿੱਖ ਮਸੰਦ ਅਜਿਹੇ ਸਨ ਜਿਨ੍ਹਾਂ ਦਾ ਟਿਕਾਣਾ, ਜਿਨ੍ਹਾਂ ਦੇ ਸਥਾਨ ਬੜੇ ਦੂਰ ਸਨ ਔਰ ਜਿਨ੍ਹਾਂ ਤੱਕ ਸੁਨੇਹਾ ਪਹੁੰਚਣਾ ਏਡੀ ਜਲਦੀ ਪਹੁੰਚਾਇਆ ਨਹੀਂ ਸੀ ਜਾ ਸਕਦਾ। ਕਈ ਤਾਂ ਮਸੰਦ ਨੇੜੇ ਸਨ ਤੇ ਕਈ ਪੰਜਾਬ ਤੋਂ ਬਾਹਰ ਦੂਰ ਦੂਰ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਔਰ ਉਹਨਾਂ ਤੱਕ ਖਬਰ ਪਹਿਲਾਂ ਨਹੀਂ ਪਹੁੰਚੀ ਕਿ ਛੇਵੇਂ ਪਾਤਸ਼ਾਹ ਜੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਹਨ ਔਰ ਸੱਤਵੇਂ ਪਾਤਸ਼ਾਹ ਜੀ ਨੂੰ ਗੁਰੂ ਥਾਪਿਆ ਹੈ। ਹੁਣ ਉਹਨਾਂ ਨੂੰ ਜਿਉਂ ਹੀ ਖਬਰ ਮਿਲੀ ਹੈ ਕਿ ਛੇਵੇਂ ਸਤਿਗੁਰੂ ਜੀ ਸਰੀਰ ਛੱਡ ਗਏ ਹਨ ਔਰ ਅਗਲੇ ਗੁਰੂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਣੇ ਹਨ। ਜੋ ਨਹ ਆਏ ਸਿੱਖ ਮਸੰਦ, ਜਿਹੜੇ ਪਹਿਲਾਂ ਗੁਰੂ ਕੇ ਬਹੁਤ ਸਾਰੇ ਸਿੱਖ ਔਰ ਗੁਰੂ ਘਰ ਦੇ ਪ੍ਰਚਾਰਕ ਮਸੰਦ ਪਹੁੰਚ ਨਹੀਂ ਸਕੇ ਸਨ ਔਰ ਉਹਨਾਂ ਨੇ ਸਾਰੀ ਖਬਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਸੁਣੀ ਹੈ। ਔਰ ਕਈ ਫਿਰ ਕੁਝ ਮਹੀਨਿਆਂ ਬਾਅਦ ਤੇ ਕਈ ਸਾਲਾਂ ਬਾਅਦ ਵੀ ਸੰਗਤ ਆਉਂਦੀ ਰਹੀ ਹੈ ਦੂਰ ਤੋਂ ਚੱਲ ਕੇ, ਜਿਉਂ-ਜਿਉਂ ਕਿਸੇ ਤੱਕ ਖਬਰ ਪਹੁੰਚਦੀ ਹੈ। ਅੱਜ ਵਰਗੇ ਅਜਿਹੇ ਸਾਧਨ ਨਹੀਂ ਸਨ ਕਿ ਝਾਟੀ ਕੁਝ ਮਿੰਟਾਂ ਦੇ ਵਿੱਚ ਖਬਰ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਜਲਦੀ ਫੈਲ ਜਾਂਦੀ ਹੈ। ਉਦੋਂ ਤਾਂ ਇਸੇ ਤਰ੍ਹਾਂ ਕਈ ਮਹੀਨਿਆਂ ਤੱਕ ਕਈ ਵਾਰੀ ਇਸ ਤਰ੍ਹਾਂ ਨਹੀਂ ਸੀ ਕਈਆਂ ਥਾਵਾਂ 'ਤੇ ਖਬਰ ਪਹੁੰਚਦੀ। ਹੁਣ ਜਿੱਥੇ ਜਿੱਥੇ ਪਤਾ ਲੱਗਿਆ ਹੈ ਉੱਥੋਂ ਸੰਗਤ ਬੜੀ ਭਾਵਨਾ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਜੀ ਧਰਤੀ 'ਤੇ ਅਜੇ ਤੱਕ ਲੰਮੇ ਸਮੇਂ ਤੱਕ ਪਹੁੰਚ ਰਹੀ ਹੈ। ਕਈ 6 ਮਹੀਨਿਆਂ ਬਾਅਦ ਤੇ ਕਈ ਇਸ ਤੋਂ ਵੀ ਬਾਅਦ ਵਿੱਚ ਆਉਂਦੇ ਹਨ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੇ ਹਨ ਔਰ ਬਾਕੀ ਗੁਰੂ ਕੇ ਪਰਿਵਾਰ ਨੂੰ ਮਿਲਦੇ ਹਨ ਤੇ ਬੇਅੰਤ ਤਰ੍ਹਾਂ ਦੀਆਂ ਭੇਟਾਵਾਂ ਲੈ ਕਰਕੇ ਪਹੁੰਚਦੇ ਹਨ ਤੇ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੂੰ ਬੜੇ ਬੈਰਾਗ ਦੇ ਨਾਲ ਆ ਕਰਕੇ ਮਿਲਦੇ ਹਨ ਔਰ ਸਹਿਬ ਪਾਤਸ਼ਾਹ ਧੰਨ ਗੁਰੂ
ਅਰਜਨ ਦੇਵ ਜੀ ਦੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਸੇਵਕ ਗੁਰੂ ਕੇ ਪਿਆਰੇ ਭਾਈ ਭਗਤੂ ਜੀ, ਭਾਈ ਬਹਿਲੋ ਜੀ, ਜਿਹੜੇ ਸਤਿਗੁਰਾਂ ਦੇ ਅਨੰਨ ਪਿਆਰੇ ਸੇਵਕ ਹਨ। ਨਿਜ ਨਿਜ ਸੰਗਤ ਕੋ ਸੰਗ ਲਿਆਏ। ਜਦੋਂ ਇਹਨਾਂ ਤੱਕ ਖਬਰ ਪਹੁੰਚੀ ਹੈ, ਇਹ ਵੀ ਫਿਰ ਹੋਰਨਾਂ ਵੀ ਸੰਗਤਾਂ ਨੂੰ ਇਕੱਤਰ ਕਰਕੇ ਗੁਰੂ ਘਰ ਦੇ ਵਿੱਚ ਆ ਰਹੇ ਹਨ। ਲੰਮੇ ਸਮੇਂ ਤੋਂ ਬਾਅਦ ਵੀ ਸੰਗਤ ਲਗਾਤਾਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੀ ਹੈ। ਪੂਜੇ ਚਰਨ ਗੁਰੂ ਹਰਿ ਰਾਏ। ਔਰ ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬਾਨਾਂ ਦਾ ਸਾਰੀ ਸੰਗਤ ਸਤਿਕਾਰ ਕਰਦੀ ਰਹੀ ਹੈ, ਉਸੇ ਤਰ੍ਹਾਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ 7ਵੇਂ ਪਾਤਸ਼ਾਹ ਜੀ ਦਾ ਬਹੁਤ ਵੱਡਾ ਮਾਣ, ਵੱਡੀ ਵਡਿਆਈ ਸੰਗਤ ਵਿੱਚ ਪ੍ਰਗਟ ਹੋਈ ਹੈ। ਸਾਖੀ ਅਨਦੀਪ ਕਮਾਲਾ। ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜੈਸੇ 6ਵੇਂ ਪਾਤਸ਼ਾਹ ਜੀ ਦੇ ਵੇਲੇ ਭਾਗ ਲੱਗਦੇ ਸਨ, ਖੁਸ਼ੀਆਂ ਦੇ ਨਾਲ ਵਿਸਾਖੀ ਤੇ ਦੀਵਾਲੀ ਦਾ ਜਿਹੜਾ ਸਮਾਂ ਹੈ, ਉਹ ਸੰਗਤ ਵੱਡੇ ਰੂਪ ਦੇ ਵਿੱਚ ਇਕੱਤਰ ਹੋ ਕਰਕੇ ਮਨਾਉਂਦੀ ਹੈ, ਪਹੁੰਚਦੀ ਹੈ। ਉਸੇ ਤਰ੍ਹਾਂ ਹੁਣ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਵੀ ਜੈਸੇ 6ਵੇਂ ਪਾਤਸ਼ਾਹ ਜੀ ਦੇ ਵੇਲੇ ਆਨੰਦ ਖੁਸ਼ੀਆਂ ਸੰਗਤ ਮਾਣਦੀ ਹੈ, ਇਹਨਾਂ ਦਿਨਾਂ ਦੇ ਵਿੱਚ ਹੁਣ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਵੇਲੇ ਵੀ ਭਾਰੀ ਗਿਣਤੀ ਦੇ ਵਿੱਚ ਸੰਗਤ ਵਿਸਾਖੀ ਵੇਲੇ ਔਰ ਦੀਪਮਾਲਾ ਦੇ ਸਮੇਂ ਪਹੁੰਚਦੀ ਹੈ। ਔਰ ਇਹ 2 ਦਿਨ ਐਸੇ ਸਨ ਜਦੋਂ ਸਾਰਾ ਸਿੱਖ ਜਗਤ ਵੱਡੀ ਗਿਣਤੀ ਦੇ ਵਿੱਚ ਗੁਰੂ ਧਾਮਾਂ ਦੇ ਵਿੱਚ ਇਕੱਠਾ ਹੁੰਦਾ ਸੀਗਾ, ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਹੀ। ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ 7ਵੇਂ ਪਾਤਸ਼ਾਹ ਜੀ ਦੇ ਕੋਲ ਚਰਨਾਂ ਦੇ ਵਿੱਚ ਸੰਗਤ ਪਹੁੰਚਦੀ ਹੈ। ਔਰ ਜੋ ਕੋਈ ਸਲਾਹ ਮਸ਼ਵਰਾ ਹੈ, ਜੈਸੀ ਕੋਈ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਨੀ ਹੁੰਦੀ ਹੈ, ਜਾਂ ਕੋਈ ਵੱਡੀ ਜਿਹੜੀ ਸਲਾਹ ਮਸ਼ਵਰਾ ਕਰਨਾ ਹੁੰਦਾ ਹੈ, ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਹੀ ਕੋਈ ਨਵਾਂ ਹੁਕਮ ਜਾਰੀ ਕਰਨਾ ਹੈ, ਸੰਗਤਾਂ ਵਾਸਤੇ ਕੋਈ ਬਚਨ ਵਿਲਾਸ ਕਰਨਾ ਹੈ, ਕੋਈ ਸੇਵਾ ਆਰੰਭ ਹੋਣੀ ਹੈ, ਤੇ ਇਹ ਸਮਾਂ ਸੀਗਾ ਜਦੋਂ ਸੰਗਤ ਵੱਡੇ ਰੂਪ ਦੇ ਵਿੱਚ ਇਕੱਤਰ ਹੁੰਦੀ ਸੀਗੀ। ਹੁਣ ਵੀ ਬੇਅੰਤ ਸੰਗਤ ਇਹਨਾਂ ਦਿਨਾਂ ਦੇ ਵਿੱਚ ਇਕੱਤਰ ਹੁੰਦੀ ਹੈ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸਭਨਾਂ ਦੀ ਭਾਵਨਾ ਪੂਰੀ ਕਰਦੇ ਹਨ। ਮਨੋ ਕਾਮਨਾ ਚਾਹੇ ਸੋ ਪਾਵੈ, ਸਿੱਖ ਭਾਵਨਾ ਗੁਰੂ ਕੇ ਚਰਨਾਂ ਦੇ ਵਿੱਚੋਂ ਬੇਨਤੀ ਕਰਦੇ ਹਨ ਤੇ ਭਾਵਨਾ ਪੂਰੀਆਂ ਹੁੰਦੀਆਂ ਹਨ। ਤੇ 7ਵੇਂ ਪਾਤਸ਼ਾਹ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਪਹਿਲੇ ਗੁਰੂ ਸਾਹਿਬਾਨਾਂ ਦੇ ਵਾਂਗ ਹਰ ਤਰ੍ਹਾਂ ਦਾ ਫਲ ਉਹਨਾਂ ਦੇ ਚਰਨਾਂ ਦੇ ਵਿੱਚੋਂ ਨਸੀਬ ਹੁੰਦਾ ਹੈ। ਉਹ ਅਜ਼ਮਤਾਂ ਦੇ ਬਰਕਤਾਂ ਦੇ ਸਮੁੰਦਰ ਹਨ। ਔਰ ਬਾਬਾ ਸੂਰਜਮਲ ਜੀ ਜਿਹੜੇ ਗਰੀਬ ਨਿਵਾਜ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿ ਰਹੇ ਹਨ। ਸੂਰਜਮਲ ਪ੍ਰਾਪਤ ਸੁਖ ਰਾਸਾ ਗੁਰੂ ਕੇ ਚਰਨਾਂ ਦੇ ਵਿੱਚ ਵੱਡਾ ਆਨੰਦ ਪ੍ਰਾਪਤ ਕਰਦਾ ਹੈ। ਔਰ ਆਪਣੇ ਭਤੀਜੇ ਭਾਵ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿਹੜੇ 7ਵੇਂ ਪਾਤਸ਼ਾਹ ਬਣੇ ਹਨ, ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਬੈਠਦਾ ਹੈ। ਔਰ ਜੋ ਇੱਛਾ ਹੁੰਦੀ ਹੈ ਉਹ ਗੁਰੂ ਕੇ ਚਰਨਾਂ ਦੇ ਵਿੱਚ ਝਾਟੀ ਪੂਰੀ ਹੋ ਜਾਂਦੀ ਹੈ। ਭਾਵਨਾ ਸਤਿਗੁਰੂ ਜੀ ਸਫਲ ਕਰਦੇ ਹਨ ਔਰ ਸਾਰਾ ਸਮਾਂ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕਰਕੇ ਬਤੀਤ ਹੁੰਦਾ ਹੈ। ਔਰ ਸਤਿਗੁਰਾਂ ਦੇ ਨਾਲ ਮਿਲ ਕੇ ਇੱਥੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬਾਬਾ ਸੂਰਜਮਲ ਜੀ ਰਹਿ ਰਹੇ ਹਨ ਔਰ ਸੋਹਣਾ ਗੁਜ਼ਾਰਾ ਗੁਰੂ ਕੇ ਚਰਨਾਂ ਦੇ ਵਿੱਚੋਂ ਚੱਲ ਰਿਹਾ ਹੈ। ਔਰ ਜਿਵੇਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਆ ਕਰਕੇ ਸਾਰੇ ਪੁੱਤਰ ਝੁਕਦੇ ਸਨ, ਸਾਰੀ ਸੰਗਤ ਖੁਸ਼ੀਆਂ ਪ੍ਰਾਪਤ ਕਰਦੀ ਹੈ। ਔਰ ਉਸੇ ਤਰ੍ਹਾਂ ਚਾਰੇ ਕੋਨਿਆਂ ਦੇ ਵਿੱਚੋਂ, ਚਾਰੇ ਦਿਸ਼ਾਵਾਂ ਦੇ ਵਿੱਚੋਂ ਸੰਗਤ ਅੱਜ ਵੀ ਉਸੇ ਤਰ੍ਹਾਂ ਆ ਰਹੀ ਹੈ ਔਰ 7ਵੇਂ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਨਿਹਾਲ ਹੁੰਦੀ ਹੈ। ਔਰ ਕਈਆਂ ਦੇ ਮਨਾਂ ਦੇ ਵਿੱਚ ਬੇਅੰਤ ਤਰ੍ਹਾਂ ਦੇ ਖਿਆਲ ਹਨ, ਕਈ ਤਰ੍ਹਾਂ ਦੀਆਂ ਵਿਚਾਰਾਂ, ਗੱਲਾਂ ਬਾਤਾਂ, ਬੇਅੰਤ ਵਚਨ ਗੁਰੂ ਕੇ ਚਰਨਾਂ ਦੇ ਵਿੱਚ ਆ ਕਰਕੇ ਸਾਰੀ ਸੰਗਤ ਸਾਂਝੇ ਕਰਦੀ ਹੈ, ਬੇਅੰਤ ਬੇਨਤੀਆਂ ਰੱਖਦੇ ਹਨ।
ਔਰ ਕਈ ਤਾਂ ਇਹ ਵਿਚਾਰ ਕਰਦੇ ਹਨ ਕਿ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਬੜੀ ਛੋਟੀ ਹੈ, ਤੇ ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਇੱਛਾਵਾਂ ਰੱਖ ਕੇ ਤੇ ਸਤਿਗੁਰਾਂ ਦੀ ਅਜ਼ਮਤ ਨੂੰ ਜਾਣਨਾ ਚਾਹੁੰਦੇ ਹਨ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਉਹਨਾਂ ਦੇ ਸ਼ੰਕੇ, ਉਹਨਾਂ ਦੇ ਭਰਮ ਦੂਰ ਕਰਦੇ ਹਨ। ਪਰਖਣ ਹਿਤ ਅਜ਼ਮਤ ਬਖਿਆਤੀ, ਔਰ ਸਤਿਗੁਰਾਂ ਦੀ ਮਹਿਮਾ ਜਾਣਨ ਵਾਸਤੇ ਕਈ ਤਰ੍ਹਾਂ ਦੇ ਖਿਆਲ ਰੱਖ ਕੇ ਆਉਂਦੇ ਹਨ, ਪਰ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਸਾਰੇ ਪ੍ਰਸੰਨ ਹੋ ਜਾਂਦੇ ਹਨ। ਔਰ ਸਤਿਗੁਰੂ ਜੀ ਤਾਂ ਬੇਅੰਤ ਬਖਸ਼ਿਸ਼ਾਂ ਦੇ ਨਾਲ, ਅਜ਼ਮਤਾਂ ਦੇ ਨਾਲ ਸਮੁੰਦਰ ਦੀ ਤਰ੍ਹਾਂ ਭਰੇ ਹੋਏ ਹਨ। ਔਰ ਕਹਿਣ ਲੱਗੇ ਕਿ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ, ਮਾਨੋ ਇਸ ਤਰ੍ਹਾਂ ਘੜਾ ਜਿਵੇਂ ਭਰਿਆ ਹੋਵੇ ਨਾ, ਇਸੇ ਤਰ੍ਹਾਂ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਦਾਰਥਾਂ ਦੀ ਕਮੀ ਨਹੀਂ ਹੈ। ਚਾਰ ਪਾਸਿਆਂ ਤੋਂ, ਚਾਰ ਕੋਨਿਆਂ ਦੇ ਵਿੱਚੋਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ੰਕੇ ਸਨ, ਕਿਉਂਕਿ ਕਈ ਵਾਰ ਐਸਾ ਹੋਇਆ ਹੈ, ਕਦੇ ਛੋਟੀ ਉਮਰ ਦੇਖ ਕੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤੇ ਪੰਡਤ ਨਾਨੂ ਜੀ ਵੀ ਕਈ ਵਾਰੀ ਮਨ ਦੇ ਵਿੱਚ ਸ਼ੰਕਾ ਕਰ ਬੈਠਦੇ ਹਨ ਕਿ ਉਮਰ ਛੋਟੀ ਹੈ, ਪਤਾ ਨਹੀਂ ਕਿਉਂ ਸਾਰੀ ਸੰਗਤ ਆ ਕੇ ਸੀਸ ਝੁਕਾਈ ਜਾ ਰਹੀ ਹੈ। ਪਰ ਜਿਉਂ ਹੀ ਸਤਿਗੁਰਾਂ ਦੇ ਕੋਲ ਬੈਠਦੇ ਹਨ ਪੰਡਤ ਨਾਨੂ ਜੀ, ਤੇ ਆਪਣਾ ਸ਼ੰਕਾ ਜਿਹੜਾ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੂਰਾ ਕਰਦੇ ਹਨ। ਇਤਿਹਾਸ ਲੰਬਾ ਹੈ। ਔਰ ਕਦੇ ਗੁਰੂ ਨਾਨਕ ਸਾਹਿਬ ਜੀ ਦੀ 9 ਕੁ ਸਾਲ ਦੀ ਉਮਰ ਦੇਖ ਕੇ ਪੰਡਤ ਹਰਦਿਆਲ ਜੀ ਸ਼ੰਕਾ ਕਰਦੇ ਹਨ। ਸਤਿਗੁਰੂ ਜੀ ਅਨੇਕਾਂ ਸ਼ਬਦ ਉਚਾਰਨ ਕਰਕੇ ਉਹਨੂੰ ਨਿਰ ਉੱਤਰ ਕਰਦੇ ਹਨ। ਕਦੇ ਛੋਟੀ ਜੀ ਉਮਰ ਦੇਖ ਕੇ ਹਰਿਦਾਸ ਦਾਸ ਜਿਹੜਾ ਵੈਦ ਹੈ ਉਹ ਗੁਰੂ ਨਾਨਕ ਸਾਹਿਬ ਜੀ 'ਤੇ ਸ਼ੰਕਾ ਕਰਦਾ ਹੈ। ਜਿਨ੍ਹਾਂ ਨੇ ਸ਼ੰਕਾ ਕੀਤਾ, ਕਦੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੀ ਛੋਟੀ ਉਮਰ ਦੇਖ ਕੇ ਦੁਸ਼ਮਣ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਕਈ ਤਰ੍ਹਾਂ ਦੀ ਚੜ੍ਹਾਈ ਕਰਦੇ ਹਨ। ਸਤਿਗੁਰੂ ਜੀ ਛੋਟੀ ਉਮਰ ਦੇ ਵਿੱਚ ਵੱਡੇ ਕਾਰਨਾਮੇ ਕਰਦੇ ਹਨ। 9 ਕੁ ਸਾਲ ਦੀ ਉਮਰ ਸੀਗੀ ਬਾਲ ਗੋਬਿੰਦ ਰਾਏ ਜੀ ਦੀ, ਜਦੋਂ ਉਹ ਗੁਰਤਾ ਗੱਦੀ ਦੇ ਉੱਪਰ ਬੈਠ ਗਏ ਸਨ। ਔਰ ਸ਼੍ਰੀ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਕਈਆਂ ਦਾ ਜਿਹੜਾ ਮਨ ਦਾ ਸ਼ੰਕਾ ਹੈ, ਉਹ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਛੋਟੀ ਜੀ ਉਮਰ ਦੇ ਵਿੱਚ ਸ਼੍ਰੀ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਉਹਨਾਂ ਦੇ ਸ਼ੰਕੇ ਨਿਵਰਤ ਕਰਦੇ ਹਨ। ਹੁਣ ਇਸੇ ਤਰ੍ਹਾਂ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਨੂੰ ਦੇਖਦਿਆਂ ਹੋਇਆਂ ਬੇਅੰਤ ਸੰਗਤਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਸ਼ੰਕੇ ਹਨ ਕਿ ਸਤਿਗੁਰਾਂ ਨੇ 6ਵੇਂ ਪਾਤਸ਼ਾਹ ਜੀ ਨੇ ਛੋਟੀ ਉਮਰ ਦੇ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਬਿਠਾ ਦਿੱਤਾ ਹੈ। ਔਰ ਗੁਰੂ ਕੇ ਚਰਨਾਂ ਦੇ ਵਿੱਚ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ ਪੁੱਤਰ ਮੌਜੂਦ ਸਨ। ਪਰ ਜੇ ਸਤਿਗੁਰਾਂ ਨੇ ਪੋਤਰੇ ਨੂੰ ਚੁਣਿਆ ਹੈ, ਤੇ ਜਦੋਂ ਕੋਈ ਗੁਰੂ ਕੇ ਚਰਨਾਂ ਦੇ ਵਿੱਚ ਸ਼ੰਕਾ ਰੱਖ ਕੇ ਆਇਆ ਇਸ ਢੰਗ ਦਾ, ਤੇ ਸ਼੍ਰੀ ਹਰਿਰਾਏ ਸਾਹਿਬ ਜੀ ਨੇ ਉਹਨਾਂ ਦਾ ਸ਼ੰਕਾ ਨਿਵਰਤ ਕੀਤਾ ਹੈ। ਤੇ ਖੁਸ਼ ਹੋ ਕਰਕੇ ਗੁਰੂ ਕੇ ਪ੍ਰੇਮੀ, ਗੁਰੂ ਕੇ ਪਿਆਰੇ ਸਿੱਖ ਫਿਰ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਕਦੇ ਹਨ। ਤੇ ਸਤਵੇਂ ਪਾਤਸ਼ਾਹ ਝਾਟੀ ਜਾਣ ਲੈਂਦੇ ਹਨ, ਤੇ ਗੁਰੂ ਕੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਸ਼ੰਕੇ, ਜਿਹੜੀ ਦੁਬਿਧਾ, ਉਹ ਖਤਮ ਕਰ ਦਿੰਦੇ ਹਨ। ਔਰ ਭਾਈ ਭਗਤੂ ਜੀ ਜਿਹੜੇ ਪਹਿਲੇ ਗੁਰੂ ਸਾਹਿਬਾਨਾਂ ਦੇ ਵੀ ਸੇਵਕ ਸਨ, ਜਿਹੜੇ ਪਹਿਲਾਂ ਗੁਰੂ ਸਾਹਿਬਾਨ ਹੋਏ, ਬੜੇ ਪਿਆਰ ਦੇ ਨਾਲ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮਾਂ ਗੁਜ਼ਾਰ ਰਹੇ ਹਨ। ਔਰ ਬੜੇ ਆਨੰਦ ਦੇ ਨਾਲ ਸਮਾਂ ਬਤੀਤ, ਗੁਰੂ ਕੀਆਂ ਖੁਸ਼ੀਆਂ ਲੈ ਰਹੇ ਹਨ। ਤੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਰੋਜ਼ਾਨਾ ਦੀਦਾਰ ਕਰਕੇ ਨਿਹਾਲ ਹੁੰਦੇ ਹਨ। ਔਰ ਹੁਣ ਲੰਮਾ ਸਮਾਂ ਹੋ ਗਿਆ ਸੇਵਾ ਕਰਦਿਆਂ ਸਰੀਰ ਜਿਹੜਾ ਹੈ ਉਹ ਬਿਰਧ ਹੋ ਚੁੱਕਾ ਹੈ।
ਕਮਾਈ। ਪਰ ਹੁਣ ਅਜੇ ਵੀ ਭਾਵੇਂ ਸਤਿਗੁਰਾਂ ਨੇ ਬਹੁਤ ਵੱਡਾ ਸਤਿਕਾਰ ਬਖਸ਼ਿਆ ਹੈ। ਇਹ ਭਾਈ ਭਗਤੂ ਜੀ ਤੁਸੀਂ ਬੜੀ ਵੱਡੀ ਸੇਵਾ ਕੀਤੀ ਹੈ ਔਰ ਭਾਈ ਭਗਤੂ ਜੀ ਦਾ ਬਹੁਤ ਵੱਡਾ ਸਤਿਕਾਰ ਹੈ। ਚਾਹੇ ਗੁਰੂ ਢਿੱਗ ਸੇਵਕ ਕਮਾਈ, ਪਰ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭਾਈ ਭਗਤੂ ਜੀ ਹੋਰ ਸੇਵਾ ਕਮਾਉਣੀ ਚਾਹੁੰਦੇ ਹਨ ਕਿ ਮੈਂ ਹੋਰ ਸੇਵਾ ਕਰਾਂ। ਬੀਤ ਗਇਓ ਕੀਰਤਿਕ ਜਬ ਸਮੋ। ਤੇ ਬਹੁਤ ਸਮਾਂ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕਰਕੇ ਜਦੋਂ ਬਤੀਤ ਹੋਇਆ ਹੈ, ਰਹਿ ਨਿਕਟ ਦਰਸੈ ਕਰ ਨਮੋ। ਔਰ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕਰਕੇ ਰਹਿ ਨਿਕਟ ਦਰਸੇ ਕਰ ਨਮੋ। ਇੱਕ ਦਿਨ ਗੁਰੂ ਕੇ ਚਰਨਾਂ ਦੇ ਵਿੱਚ ਆ ਕਰਕੇ ਦਰਸ਼ਨ ਕਰਕੇ ਨਿਮਰਤਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਵੰਦਨਾ ਕੀਤੀ ਹੈ ਦਿਨ ਹੱਥ ਜੋੜ ਕਰ ਕਹਿਓ। ਔਰ ਹੱਥ ਜੋੜ ਕਰਕੇ ਕਈ ਦਿਨਾਂ ਤੋਂ ਖਿਆਲ ਹੈ, ਮਨ ਦੇ ਵਿੱਚ ਵਿਚਾਰ ਪ੍ਰਗਟ ਹੋ ਰਿਹਾ ਹੈ। ਅੱਜ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਸੇਵਾ ਬਖਸ਼ੋ ਮੈਂ ਚਿਤ ਚਾਹਿਓ। ਹੇ ਪਾਤਸ਼ਾਹ ਗਰੀਬ ਨਿਵਾਜ ਤੁਸਾਂ ਬਹੁਤ ਸਤਿਕਾਰ ਬਖਸ਼ਿਆ ਹੈ, ਪਰ ਪਾਤਸ਼ਾਹ ਮਨ ਕਰਦਾ ਹੈ ਕਿ ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕਮਾਵਾਂ। ਸੇਵਾ ਬਖਸ਼ੋ ਮੈਂ ਚਿਤ ਚਾਹਿਓ, ਮੈਨੂੰ ਸੇਵਾ ਦਿਓ, ਮੇਰਾ ਮਨ ਚਾਹੁੰਦਾ ਹੈ। ਸੇਵਾ ਤੇ ਬੈਸ ਅਕਾਰਤ। ਕਹਿਣ ਲੱਗਿਆ ਹੇ ਪਾਤਸ਼ਾਹ ਸੇਵਾ ਤੋਂ ਬਿਨਾ ਤਾਂ ਆ ਜਿਹੜਾ ਸਮਾਂ ਲੰਘ ਰਿਹਾ ਹੈ ਨਾ, ਇਹ ਅਕਾਰਥ ਲੱਗਦਾ ਹੈ, ਵਿਅਰਥ ਲੱਗਦਾ ਹੈ। ਸੇਵਾ ਤੋਂ ਬਿਨਾ ਤੇ ਲੱਗਦਾ ਹੀ ਨਹੀਂ ਹੈ ਕਿ ਸੰਸਾਰ ਦੇ ਵਿੱਚ ਆਏ ਹਾਂ ਤੇ ਕੁਝ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਜਦੋਂ ਦਾ ਤੁਸੀਂ ਸਤਿਕਾਰ ਬਖਸ਼ਿਆ ਹੈ, ਠੀਕ ਹੈ ਤੁਸੀਂ ਮਾਣ ਦਿੱਤਾ ਹੈ, ਪਰ ਮਨ ਟਿਕਦਾ ਨਹੀਂ ਹੈ। ਮਨ ਕਰਦਾ ਹੈ ਭਾਵੇਂ ਸਰੀਰ ਬਿਰਧ ਹੋ ਗਿਆ ਹੈ, ਪਰ ਸੇਵਾ ਕਮਾਈਏ ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ। ਸੇਵਾ ਕਰਨ ਤੋਂ ਬਿਨਾ ਸਤਿਗੁਰੂ ਜੀ ਜੀਵਨ ਬਸਰ ਨਹੀਂ ਹੋ ਰਿਹਾ, ਜੀਵਨ ਸੁੰਨ ਹੋ ਗਿਆ ਹੈ। ਇਸ ਕਰਕੇ ਹੇ ਪਾਤਸ਼ਾਹ ਵਾਰ-ਵਾਰ ਚਿੱਤ ਚਾਹੁੰਦਾ ਹੈ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਜਿੰਨਾ ਕੁ ਸਮਾਂ ਸਾਡਾ ਬਚਿਆ ਹੈ ਨਾ, ਜਿੰਨਾ ਕੁ ਸਮਾਂ ਰਹਿ ਗਿਆ ਹੈ, ਸਤਿਗੁਰੂ ਜੀ ਸੇਵਾ ਬਖਸ਼ੋ, ਕੋਈ ਨਾ ਕੋਈ ਸੇਵਾ ਦਿਓ। ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭਾਈ ਭਗਤੂ ਜੀ ਨੇ ਇੱਕ ਦਿਨ ਹੱਥ ਜੋੜ ਕੇ ਗੁਰੂ ਕੇ ਚਰਨਾਂ ਦੇ ਵਿੱਚੋਂ ਸੇਵਾ ਮੰਗੀ ਹੈ। ਮੈਂ ਨਾ ਬਿਤਾਵਾਂ ਕਰੋ ਸਕਾਰਤ। ਔਰ ਪਾਤਸ਼ਾਹ ਮੈਂ ਇਸ ਤਰ੍ਹਾਂ ਸਮਾਂ ਬਿਤਾ ਨਹੀਂ ਸਕਦਾ, ਮੇਰਾ ਸਮਾਂ ਇਸ ਤਰ੍ਹਾਂ ਲੰਘਦਾ ਨਹੀਂ ਹੈ। ਇੰਝ ਲੱਗਦਾ ਹੈ ਕਿ ਬੜਾ ਕੁਛ ਗੁਆਚੀ ਜਾ ਰਿਹਾ ਹੈ। ਪਾਤਸ਼ਾਹ ਇਹ ਜਿਹੜਾ ਸਮਾਂ ਮਿਲਿਆ ਹੈ ਨਾ, ਦਿਨ ਮਿਲੇ ਹਨ, ਸਵਾਸ ਮਿਲੇ ਹਨ, ਇਹ ਬੜੇ ਕੀਮਤੀ ਹਨ। ਸਤਿਗੁਰੂ ਜੀ ਇੱਕ ਇੱਕ ਦਿਨਾਂ ਸੇਵਾ ਤੋਂ ਹੀਣੇ ਹੋ ਕਰਕੇ ਤੇ ਅਕਾਰਥ ਲੱਗਦਾ ਹੈ। ਇਸ ਕਰਕੇ ਪਾਤਸ਼ਾਹ ਮੈਂ ਨਾ ਬਿਤਾਵੋਂ ਕਰੋ ਸਖਾਰਤ, ਮੈਂ ਇਸ ਤਰ੍ਹਾਂ ਸਮਾਂ ਬਤੀਤ ਕਰਨਾ ਪਾਤਸ਼ਾਹ ਨਹੀਂ ਚਾਹੁੰਦਾ। ਮੈਨੂੰ ਸੇਵਾ ਬਖਸ਼ੋ, ਤਾਂ ਹੀ ਜਿਹੜਾ ਇਹ ਸਮਾਂ ਹੈ, ਦਿਨ ਹੈ, ਉਹ ਸਫਲ ਹੋਵੇਗਾ ਜੀ। ਦਿਨ ਬੈਠਿਓ ਵੀ ਬਿਤ ਜਾਵੇ। ਔਰ ਸਤਿਗੁਰੂ ਜੀ ਸਾਰਾ ਦਿਨ ਤਾਂ ਬੈਠਿਆਂ ਬੈਠਿਆਂ ਹੀ ਬਤੀਤ ਹੋ ਜਾਂਦਾ ਹੈ, ਲਾਹਾ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਕੋਈ ਹੁਣ ਜੀਵਨ ਦਾ ਉਹ ਆਨੰਦ ਨਹੀਂ ਰਹਿ ਗਿਆ ਜਿਹੜਾ ਸੇਵਾ ਕਰਦਿਆਂ ਸੀਗਾ। ਇਸ ਕਰਕੇ ਪਾਤਸ਼ਾਹ ਇੰਝ ਲੱਗਦਾ ਸਮਾਂ ਅਜਾਈ ਗਵਾ ਰਹੇ ਹਾਂ। ਸਫਲ ਤਿਨੋ ਗੁਰ ਸੇਵਕ ਕਮਾਵੇ। ਔਰ ਸਤਿਗੁਰੂ ਜੀ ਸਮਾਂ ਸਫਲ ਤਾਂ ਉਹਨਾਂ ਦਾ ਹੀ ਹੈ ਨਾ ਜਿਹੜੇ ਸੇਵਾ ਕਮਾਉਂਦੇ ਹਨ, ਜਿਹੜੇ ਕੋਈ ਤੁਹਾਡੇ ਚਰਨਾਂ ਦੇ ਨਾਲ ਜੁੜਦੇ ਹਨ। ਕੋਈ ਥੋੜ੍ਹੀ ਜਿਹੀ ਵੀ ਸੇਵਾ ਕਰ ਲਵੇ ਤੇ ਉਹਦਾ ਸਮਾਂ ਸਫਲ ਹੋ ਜਾਂਦਾ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਇੱਕ ਤਿਲ ਨਹੀਂ ਭੰਨੇ ਘੱਲ ਹੈ। ਇੱਕ ਤਿਲ ਮਾਤਰ ਵੀ ਜਿਹੜੀ ਕੀਤੀ ਹੋਈ ਸੇਵਾ ਹੈ, ਘਾਲਣਾ ਹੈ, ਉਹ ਵਿਅਰਥ ਨਹੀਂ ਜਾਂਦੀ। ਗੁਰੂ ਕੇ ਚਰਨਾਂ ਦੇ ਵਿੱਚੋਂ ਉਹਦਾ ਆਨੰਦ, ਉਹਦਾ ਫਲ ਪ੍ਰਾਪਤ ਹੁੰਦਾ ਹੈ। ਸਫਲ ਤਿੰਨੋਂ ਗੁਰ ਸੇਵਕ ਕਮਾਵੇ। ਪਾਤਸ਼ਾਹ ਦਿਨ ਤਾਂ ਉਹਨਾਂ ਦਾ ਹੀ ਸਫਲ ਹੈ ਨਾ ਜਿਹੜੇ ਭਾਵਨਾ ਦੇ ਨਾਲ ਸੇਵਾ ਕਰਦੇ ਹਨ। ਮਨ ਕੋ ਰਾਖਨ ਸਤਿਗੁਰ ਸਾਥ। ਔਰ ਇਹ ਪਾਤਸ਼ਾਹ ਮਨ ਨੂੰ ਸਥਿਰ ਰੱਖਣ ਵਾਸਤੇ, ਮਨ ਕੋ ਰਾਖਨ ਸਦ ਗੁਰ ਸਾਥ। ਇਹ ਪਾਤਸ਼ਾਹ ਮਨ ਨੂੰ ਸਕੂਨ ਤਾਂ ਮਿਲਦਾ ਹੈ, ਮਨ ਤੁਹਾਡੇ ਚਰਨਾਂ ਦੇ ਵਿੱਚ ਖੁਸ਼ ਤਾਂ ਹੁੰਦਾ ਹੈ ਜੇ ਸੇਵਾ ਮਿਲੇ। ਜੇ ਪਾਤਸ਼ਾਹ ਜੀ ਦੀ ਤੁਸੀਂ ਆਗਿਆ ਦੇਵੋ ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕਮਾਈਏ ਨਾ, ਤਾਂ ਆਨੰਦ ਹੈ, ਤਾਂ ਸਕੂਨ ਮਿਲਦਾ ਹੈ। ਸੇਵਾ ਮੈਂ ਪਗ ਅਰਹਾਤ। ਔਰ ਇਹ ਪਾਤਸ਼ਾਹ
ਤੁਹਾਡੀ ਸੇਵਾ ਦੇ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਗੁਰ ਸੇਵਾ ਮਹਿ ਪੱਗ ਅਰ ਹਾਥ, ਕਿਰਪਾ ਕਰੋ ਤੁਸੀਂ ਸਾਨੂੰ ਸੇਵਾ ਬਖਸ਼ੋ ਤੇ ਤੁਹਾਡੀ ਸੇਵਾ ਦੇ ਵਿੱਚ ਹੱਥ ਤੇ ਪੈਰ ਤਾਂ ਸਫਲ ਹਨ। ਇਹ ਪਾਤਸ਼ਾਹ ਜੇ ਤੁਸੀਂ ਸੇਵਾ ਬਖਸ਼ੋ ਨਾ, ਇਹ ਸਾਡਾ ਸਰੀਰ, ਇਹ ਹੱਥ ਪੈਰ, ਇਹ ਸਫਲ ਤਾਂ ਹੈ ਜੇ ਦਿਨ ਦੇ ਵਿੱਚ ਕੋਈ ਨਾ ਕੋਈ ਸੇਵਾ ਕਰਨ। ਸੇਵਾ ਤੋਂ ਬਿਨਾਂ ਤਾਂ ਸਾਰਾ ਕੁਝ ਵਿਅਰਥ ਲੱਗਦਾ ਹੈ। ਔਰ ਇਹਨਾਂ ਦਾ ਵੀ ਸੰਸਾਰ ਦੇ ਵਿੱਚ ਦਿਨ ਤਾਂ ਸਫਲ ਹੈ ਜੇ ਕਿਤੇ ਤੁਹਾਡੀ ਸੇਵਾ ਦੇ ਵਿੱਚ ਲੱਗ ਜਾਣ। ਇਹ ਪਾਤਸ਼ਾਹ ਤਿੰਨ ਕੀ ਬੈ, ਇਹਨਾਂ ਦੀ ਉਮਰ ਸਕਾਰਥੀ ਹੋਵੇ, ਸਫਲ ਹੋ ਜਾਏਗੀ, ਥਾਏ ਪੈ ਜਾਏਗੀ। ਔਰ ਤੁਹਾਡਾ ਹੀ ਬਚਨ ਹੈ, ਹੁਕਮ ਹੈ ਕਿ ਜਿਹੜਾ ਕੋਈ ਭਾਵਨਾ ਦੇ ਨਾਲ ਸੇਵਾ ਕਰੇ, ਉਹਦੀ ਜਨਮ ਜਮਾਂਤਰਾਂ ਦੀ ਜਿਹੜੀ ਮੈਲ ਹੈ, ਕਈ ਤਰ੍ਹਾਂ ਦੇ ਪਾਪ ਧੁੱਪ ਜਾਂਦੇ ਹਨ। ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕਰੇ, ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ। ਬੈਠਣ ਨੂੰ ਮਨ ਨਹੀਂ ਕਰਦਾ, ਇੰਝ ਲੱਗਦਾ ਦਿਨ ਅਜਾਈ ਚਲਿਆ ਗਿਆ ਹੈ ਅੱਜ ਦਾ। ਇਸ ਕਰਕੇ ਪਾਤਸ਼ਾਹ ਜੀ ਆਗਿਆ ਦੇ ਦੇਵੋ, ਤੁਹਾਡੇ ਚਰਨਾਂ ਦੇ ਵਿੱਚ ਕੁਝ ਸਮਾਂ ਅਸੀਂ ਸੇਵਾ ਕਰ ਸਕੀਏ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਬਿਰਧ ਉਮਰ ਦੇ ਭਾਈ ਭਗਤੂ ਜੀ, ਜਿਨ੍ਹਾਂ ਨੇ ਬਾਕੀ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਲੰਮਾ ਸਮਾਂ ਸੇਵਾ ਕਮਾਈ ਹੈ, ਬਿਰਧ ਹੋ ਗਏ ਹਨ ਔਰ ਅਜੇ ਵੀ ਸੇਵਾ ਦੀ ਮੰਗ ਕਰਦੇ ਹਨ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਨੇ ਬੜੀ ਗੰਭੀਰਤਾ ਦੇ ਨਾਲ ਆਪਣੇ ਸੇਵਕਾਂ ਵਾਲੇ ਪਾਸੇ ਦੇਖਿਆ ਹੈ। ਔਰ ਗਰੀਬ ਨਿਵਾਜ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਭਾਈ ਭਗਤ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕਰਨ ਵਾਸਤੇ ਹੁਕਮ ਕਰਦੇ ਹਨ ਕਿ ਭਾਈ ਠੀਕ ਹੈ, ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੇ ਭਲਾ ਹੈ। ਔਰ ਸਤਿਗੁਰਾਂ ਤੋਂ ਆਗਿਆ ਮਿਲੀ ਹੈ, ਸਤਿਗੁਰਾਂ ਨੂੰ ਪ੍ਰਸੰਨ ਦੇਖਿਆ ਹੈ। ਭਾਈ ਭਗਤੂ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੰਦਨਾ ਕੀਤੀ ਹੈ। ਔਰ ਇਹ ਪਾਤਸ਼ਾਹ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਮਰਜ਼ੀ ਹੈ, ਤੁਹਾਡਾ ਹੁਕਮ ਹੈ। ਸਤਿਗੁਰੂ ਜੀ ਸੁਭਾਗ ਹੈ ਕਿ ਤੁਸੀਂ ਸੇਵਾ ਦੀ ਆਗਿਆ ਬਖਸ਼ੀ ਹੈ। ਔਰ ਪਾਤਸ਼ਾਹ ਗਰੀਬ ਨਿਵਾਜ ਤੁਹਾਡਾ ਹੀ ਹੁਕਮ ਹੈ। ਸੇਵਾ ਕੀਤਿਆਂ ਦਿਨ ਬਤੀਤ ਹੁੰਦਾ, ਦਿਨ ਸਫਲ ਹੁੰਦਾ ਹੈ, ਜਨਮ ਸਫਲ ਹੁੰਦਾ ਹੈ। ਕਈ ਤਰ੍ਹਾਂ ਦੇ ਪਾਪ, ਕਈ ਜਨਮਾਂ ਦੇ ਪਾਪ ਧੁੱਪਦੇ ਹਨ। ਪਾਤਸ਼ਾਹ ਤੁਹਾਡੇ ਬਚਨ ਅਸਫਲ ਨਹੀਂ ਹਨ। ਔਰ ਸਤਿਗੁਰੂ ਜੀ ਤੁਹਾਡੇ ਹੁਕਮ ਦੇ ਨਾਲ, ਤੁਹਾਡੇ ਚਰਨਾਂ ਦੇ ਵਿੱਚ ਰਹਿਣ ਕਰਕੇ ਜਿਹੜਾ ਜੀਵਨ ਹੈ ਇਹ ਸਫਲ ਹੈ। ਔਰ ਇਹ ਬਚਨ ਸੱਚ ਹੈ। ਜਿਨ੍ਹਾਂ ਨੇ ਸੇਵਾ ਕਮਾਈ ਹੈ ਉਹਨਾਂ ਦਾ ਜੀਵਨ ਸਫਲ ਹੋਇਆ ਹੈ ਔਰ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਵੀ ਬਹੁਤ ਵੱਡਾ ਮਾਣ ਮਿਲਿਆ ਹੈ। ਇਹ ਤੁਹਾਡਾ ਬਚਨ ਅਟੱਲ ਹੈ। ਗੁਰੂ ਸਾਹਿਬਾਨਾਂ ਦੇ ਬਚਨ ਅਟੱਲ ਹਨ। ਆਪਾਂ ਬਚਨ ਪੜ੍ਹਦੇ ਹਾਂ ਨਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਹੈ ਬੈਸਨ ਪਾਈ ਹੈ। ਜਿਹੜਾ ਕੋਈ ਭਾਵਨਾ ਦੇ ਨਾਲ ਦੁਨੀਆ ਦੇ ਵਿੱਚ ਰਹਿ ਕਰਕੇ ਸੇਵਾ ਕਰਦਾ ਹੈ, ਉਹ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦਾ ਹੈ ਪਰਮੇਸ਼ਰ ਦੇ ਘਰ ਦੇ ਵਿੱਚ। ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜੋ ਕਿ ਸੰਨਿਆਸੀ ਬ੍ਰਹਮਚਾਰੀ ਜਿੰਨੇ ਵੀ ਹੋਏ ਹਨ, ਸਤਿਗੁਰੂ ਜੀ ਸਾਰਿਆਂ ਨੇ ਸੇਵਾ ਕੀਤੀ ਹੈ ਔਰ ਸੇਵਾ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਗਰੀਬ ਨਿਵਾਜ ਸਤਿਗੁਰੂ ਜੀ ਆਪ ਰਹਿਮਤ ਕਰੋ, ਕਿਰਪਾ ਕਰੋ, ਸੇਵਾ ਦਾ ਹੁਕਮ ਦਿਓ ਤੇ ਗੁਰੂ ਕੇ ਚਰਨਾਂ ਦੇ ਵਿੱਚੋਂ ਇਹ ਆਗਿਆ ਪ੍ਰਾਪਤ ਕਰਕੇ ਭਾਈ ਭਗਤੂ ਜੀ ਇੰਝ ਮਹਿਸੂਸ ਕਰ ਰਹੇ ਹਨ ਜਿਸ ਤਰ੍ਹਾਂ ਬਹੁਤ ਵੱਡਾ ਕੋਈ ਧਨ, ਕੋਈ ਦੌਲਤ ਪ੍ਰਾਪਤ ਹੋ ਗਈ ਹੋਵੇ। ਬੜੀ ਪ੍ਰਸੰਨਤਾ ਹੋਈ ਹੈ। ਔਰ हे ਪਾਤਸ਼ਾਹ ਗਰੀਬ ਨਿਵਾਜ ਆਪਣੇ ਘਰ ਦੀ ਹੁਣ ਸੇਵਾ ਬਖਸ਼ੋ ਜੀ। ਔਰ ਜਿਹੜਾ ਬਾਕੀ ਦਾ ਸਮਾਂ ਹੈ ਨਾ, ਬਾਕੀ ਦੇ ਬਚੇ ਹੋਏ ਜਿਹੜੇ ਦਿਨ ਹਨ,
ਇਹ ਰਹਿਮਤ ਕਰੋ। ਇੱਕ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਗੁਜ਼ਰੇ, ਇੱਕ ਇੱਕ ਦਿਨ ਸੇਵਾ ਕਰਦਿਆਂ ਸਫਲ ਹੋ ਜਾਵੇ। ਕਰਿਓ ਗੁਰੂ ਸੇਵਾ ਸਭ ਕਰੀ। ਔਰ ਗਰੀਬਾਂ ਨਿਵਾਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਹੇ ਗੁਰੂ ਪਿਆਰੇ, ਤੁਸੀਂ ਅਨੇਕਾਂ ਤਰ੍ਹਾਂ ਦੇ ਨਾਲ ਪਹਿਲਾਂ ਵੀ ਵੱਡੀ ਸੇਵਾ ਕਮਾਈ ਹੈ ਸਫਲਤਾ ਮੇਜ ਤਨ ਧਰੀ। ਔਰ ਤੁਸੀਂ ਤਾਂ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਕੇ ਵੱਡੀ ਸੇਵਾ ਕਮਾ ਕਰਕੇ ਪਹਿਲਾਂ ਹੀ ਸਰੀਰ ਸਫਲ ਕਰ ਲਿਆ ਹੈ। ਸਿੱਖਣ ਮਿਖੈ ਰੀਤ ਨਿਤ ਪਾਵਨ। ਪਰ ਗੁਰੂ ਕੇ ਸਿੱਖਾਂ ਦੇ ਵਿੱਚ ਇਹ ਰੀਤ ਹੈ ਕਿ ਉਹ ਅਖੀਰਲੇ ਸਮੇਂ ਤੱਕ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਤਕਰੀਬਨ ਲੰਮੀ ਉਹਨਾਂ ਦੀ ਆਰਬਲਾ ਹੈ, ਤਕਰੀਬਨ 95 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਉਹਨਾਂ ਨੂੰ ਹੈੱਡ ਗ੍ਰੰਥੀ ਥਾਪਿਆ ਸੀਗਾ। ਔਰ ਉਹਨਾਂ ਨੇ ਬਾਅਦ ਵਿੱਚ ਵੀ ਵੱਡੀ ਸੇਵਾ ਕਮਾਈ ਹੈ। ਗੁਰਮੁਖ ਬੁੱਢੇ ਕਦੇ ਨਾ ਹੀ, ਗੁਰਮੁਖ ਜਿਨ੍ਹਾਂ ਦੇ ਅੰਦਰ ਲਾਲਸਾ ਹੈ ਨਾ, ਇੱਛਾ ਹੈ, ਭਾਵਨਾ ਹੈ, ਨੀਅਤ ਹੈ, ਉਹ ਕਦੇ ਵੀ ਬੁੱਢੇ ਨਹੀਂ। ਸੇਵਾ ਕਰਨ ਦਾ ਕੋਈ ਦਾਇਰਾ ਨਹੀਂ ਹੈ। ਤੇ ਬੇਅੰਤ ਗੁਰੂ ਕੇ ਸਿੱਖ ਸਵਾਸ ਅਖੀਰਲੇ ਸਵਾਸ ਤੱਕ ਲਾਹਾ ਪ੍ਰਾਪਤ ਕਰਦੇ ਹਨ। ਇਹ ਪਾਤਸ਼ਾਹ ਗਰੀਬ ਨਿਵਾਜ ਤੁਹਾਡੇ ਘਰ ਦਾ ਹੁਕਮ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਧੰਨ ਹਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਸੇਵਾ ਪ੍ਰਾਪਤ ਹੁੰਦੀ ਹੈ। ਔਰ ਇਹ ਭਾਈ ਦੱਸੋ ਕੀ ਮਨੋਰਥ ਹੈ, ਹਿਰਦੇ ਦੇ ਵਿੱਚ ਕੀ ਸੇਵਾ ਕਮਾਉਣੀ ਹੈ। ਔਰ ਸਤਿਗੁਰਾਂ ਨੇ ਫਿਰ ਬਚਨ ਕੀਤਾ ਹੈ, ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਕਹਿਣ ਲੱਗੇ, ਇਹ ਭਾਈ ਭਗਤੂ ਜੀ, ਤੁਸੀਂ ਗੁਰੂ ਘਰ ਦੇ ਵਿੱਚ ਰਹਿ ਕਰਕੇ ਕਿਰਸਾਨੀ ਕਰੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ, ਜੈਸੇ ਕਦੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਅਤੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਰਹਿ ਕਰਕੇ ਨਾਲ ਨਾਲ ਖੇਤੀਬਾੜੀ ਕਰਦੇ ਹਨ, ਨਾਲ ਨਾਲ ਪਸ਼ੂ ਸਾਂਭਦੇ ਹਨ ਅਤੇ ਉੱਥੋਂ ਅਨਾਜ ਅਤੇ ਦੁੱਧ ਦੀ ਸੇਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਭੇਜਿਆ ਕਰਦੇ ਸਨ। ਔਰ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਉੱਥੇ ਰਹਿ ਕਰਕੇ ਬਾਬਾ ਬੁੱਢਾ ਸਾਹਿਬ ਜੀ ਰਸ ਦੇ ਨਾਲ, ਦੁੱਧ ਦੇ ਨਾਲ ਬਹੁਤ ਵੱਡੀ ਸੇਵਾ ਕਮਾਉਂਦੇ ਸਨ, ਗੁਰੂ ਕੇ ਸਿੱਖਾਂ ਦੇ ਪਾਸੋਂ ਕਰਵਾਉਂਦੇ ਸਨ। ਉਸੇ ਤਰ੍ਹਾਂ ਦੀ ਸੇਵਾ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਭਾਈ ਭਗਤੂ ਜੀ ਨੂੰ ਦਿੱਤੀ ਹੈ। ਇਹ ਭਾਈ ਭਗਤੂ ਜੀ, ਤੁਸੀਂ ਸੇਵਾ ਕਮਾਓ ਅਤੇ ਕੁਝ ਸੇਵਕ ਤੁਹਾਨੂੰ ਹੋਰ ਦੇਵਾਂਗੇ, ਉਹਨਾਂ ਨੂੰ ਨਾਲ ਰੱਖ ਕੇ ਔਰ ਇਹ ਵੱਡੀ ਸੇਵਾ ਕਰੋ ਜੀ। ਔਰ ਹੋਰ ਵੀ ਸੇਵਕ ਤੁਹਾਡੇ ਕੋਲ ਹਾਜ਼ਰ ਕਰਾਂਗੇ। ਔਰ ਤੁਸੀਂ ਜਨਮ ਤੋਂ ਜ਼ਿਮੀਂਦਾਰ ਹੋ, ਖੇਤੀਬਾੜੀ ਦੇ ਨਾਲ ਤੁਹਾਡਾ ਸੰਬੰਧ ਰਿਹਾ ਹੈ, ਤੁਸੀਂ ਜਾਣਦੇ ਹੋ, ਇਸ ਕਰਕੇ ਇਹ ਸੇਵਾ ਉੱਤਮ ਸਮਝ ਕੇ ਕਰੋ ਜੀ। ਔਰ ਇਸੇ ਕਰਕੇ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਇਹ ਸੇਵਾ ਦਿੱਤੀ ਗਈ ਹੈ। ਔਰ ਮਹਾਨ ਤੁਸੀਂ ਸਿੱਖ ਲੰਮਾ ਸਮਾਂ ਸੇਵਾ ਕੀਤੀ ਹੈ। ਔਰ ਹੁਣ ਵੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਰਹਿ ਕਰਕੇ ਕੁਝ ਸੇਵਕਾਂ ਨੂੰ ਨਾਲ ਲੈ ਕਰਕੇ ਅਤੇ ਇਹ ਸੇਵਾ ਕਮਾਓ। ਤੁਸੀਂ ਖੇਤੀਬਾੜੀ ਕਰੋ, ਅਨਾਜ ਅੰਨ ਪੈਦਾ ਕਰੋ ਗੁਰੂ ਕੇ ਲੰਗਰਾਂ ਵਾਸਤੇ, ਗੁਰੂ ਘਰ ਵਾਸਤੇ। ਸਤਿਗੁਰਾਂ ਦਾ ਹੁਕਮ ਸਤ ਬਚਨ ਕਰਕੇ ਮੰਨਿਆ ਭਾਈ ਭਗਤੂ ਜੀ ਨੇ। ਔਰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਲੱਗੇ ਹਨ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਜਿਹੜੇ ਕੌਤਕ ਹਨ, ਚੋਜ ਹਨ, ਜਿਹੜੀ ਉਹਨਾਂ ਨੇ ਗੁਰਤਾ ਗੱਦੀ 'ਤੇ ਰਹਿ ਕਰਕੇ ਸੇਵਾ ਕਮਾਈ ਹੈ, ਜਗਤ ਜਰੰਦੇ ਦਾ ਭਲਾ ਕੀਤਾ ਹੈ। ਇੱਥੋਂ ਸਤਵੇਂ ਪਾਤਸ਼ਾਹ ਜੀ ਦਾ ਗੁਰ ਇਤਿਹਾਸ ਆਰੰਭ ਹੋਇਆ ਹੈ। ਔਰ ਸਾਰਾ ਗੁਰ ਜੀਵਨ ਸਤਿਗੁਰਾਂ ਦਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਔਰ ਜਿਸ ਤਰ੍ਹਾਂ ਆਪਾਂ ਆਰੰਭ ਦੇ ਵਿੱਚ ਬੇਨਤੀ ਕਰ ਰਹੇ ਸਾਂ ਕਿ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਜੋ ਸਿੱਖ ਧਰਮ ਦੇ ਮੋਢੀ ਹਨ, ਬਾਨੀ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਅੱਜ ਵਾਲੇ ਦਿਨ ਜਿਨ੍ਹਾਂ ਨੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਰੀਰ ਛੱਡਿਆ, ਜੋਤੀ ਜੋਤ ਸਮਾਏ।
ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼, ਜੈਸੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਆਪਣੀਆਂ ਵਾਰਾਂ ਦੇ ਵਿੱਚ ਕਿ ਧਰਤੀ ਨੇ ਪੁਕਾਰ ਕੀਤੀ ਸੀ ਮਾਲਕ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਵਿੱਚ, ਇਹ ਸਤਿਗੁਰੂ ਜੀ ਧਰਤੀ ਦੇ ਉੱਪਰ ਭਾਰ ਬੜਾ ਹੋ ਗਿਆ ਤੇ ਮੇਰੇ ਕੋਲੋਂ ਸਹਿਆ ਨਹੀਂ ਜਾਂਦਾ। ਤੇ ਮਾਲਕ ਨੇ ਧਰਤੀ ਦੀ ਪੁਕਾਰ ਸੁਣ ਕੇ ਬਚਨ ਕੀਤਾ ਸੀ, ਕਹਿਣ ਲੱਗੇ ਹੇ ਧਰਤੀ ਕਿਸ ਚੀਜ਼ ਦਾ ਭਾਰ ਹੈ। ਤੇ ਧਰਤੀ ਨੇ ਫਰਿਆਦ ਕੀਤੀ ਸੀ, ਬੇਨਤੀ ਕੀਤੀ ਸੀ ਉਸ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਪਾਤਸ਼ਾਹ ਮੇਰੇ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਕਿ ਪਰਮਾਤਮਾ ਨੇ ਪੁੱਛਿਆ ਕਿ ਧਰਤੀ ਕੀ ਬਨਸਪਤੀ ਜ਼ਿਆਦਾ ਹੋ ਗਈ ਹੈ, ਰੁੱਖ ਦਰਖਤ ਵੱਧ ਗਏ ਹਨ ਜ਼ਿਆਦਾ, ਕਿ ਜਾਂ ਪਹਾੜਾਂ ਦਾ ਭਾਰ ਹੈ, ਕਿ ਜਾਂ ਬਹੁਤ ਵੱਡਾ ਜਲ ਧਰਤੀ ਦੇ ਉੱਪਰ ਕਈ ਗੁਣਾ ਵੱਧ ਹੈ, ਕਿ ਇਹਦਾ ਭਾਰ ਹੈ, ਕਿ ਪੱਥਰਾਂ ਦਾ ਭਾਰ ਹੈ, ਪਹਾੜਾਂ ਦਾ ਭਾਰ ਹੈ। ਧਰਤੀ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਨਹੀਂ, ਕਲਯੁਗੀ ਜੀਵਾਂ ਦਾ ਭਾਰ ਬਹੁਤ ਹੈ। ਲੋਕ ਧਰਮ ਭੁੱਲ ਚੁੱਕੇ ਹਨ, ਪਾਪ ਕਰ ਰਹੇ ਹਨ, ਦਿਨ ਬਰ ਦਿਨ ਪਾਪ ਵੱਧ ਰਹੇ ਹਨ, ਧਰਮੀਆਂ ਦੀ ਗਿਣਤੀ ਘਟ ਰਹੀ ਹੈ। ਤੇ ਕਈ ਵਾਰੀ ਧਰਮੀ ਬਾਣਾ ਪਹਿਨ ਕੇ ਵੱਡੇ ਕੋ ਕਰਮ ਕਰੀ ਜਾ ਰਹੇ, ਪਾਪ ਕਰੀ ਜਾ ਰਹੇ ਹਨ। ਭਾਰੇ ਭੋਈ ਅਕਿਰਤ ਘਣ ਮੰਦੀ ਹੂੰ ਮੰਦੇ, ਹੇ ਮਾਲਕ ਜੀ ਮੈਂ ਅਕਿਰਤ ਘਣ ਜਿਹੜੇ ਪਰਮਾਤਮਾ ਤੋਂ ਬੇਮੁਖ ਹਨ, ਪਾਪ ਕਮਾਉਣ ਵਾਲੇ, ਛਲ ਫਰੇਬ ਕਪਟ ਕਰਨ ਵਾਲੇ, ਮੈਂ ਉਹਨਾਂ ਦੇ ਪਾਪਾਂ ਦੇ ਕਰਕੇ ਮੈਂ ਕੁਰਲਾ ਰਹੀ ਹਾਂ, ਬੇਨਤੀ ਕਰ ਰਹੀ ਹਾਂ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਜਲੰਧੇ ਦੇ ਵਿੱਚ ਆਏ ਤੇ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਜਗਤ ਜਲੰਧੇ ਦਾ ਭਲਾ ਕਰਨ ਵਾਸਤੇ ਆਪ ਨਾਰਾਇਣ, ਆਪ ਪਰਮਾਤਮਾ ਜੀ ਪ੍ਰਗਟ ਹੋਏ। ਔਰ ਜਿਨ੍ਹਾਂ ਜਿਨ੍ਹਾਂ ਨੇ ਦੀਦਾਰ ਪ੍ਰਾਪਤ ਕੀਤੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਗਤ ਜਲੰਧੇ ਦੇ ਵਿੱਚ ਵੱਡੀਆਂ ਉਦਾਸੀਆਂ ਧੰਨ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ। ਜਿੱਥੇ ਜਿੱਥੇ ਕੋਈ ਪਾਪੀ ਬੈਠਾ ਹੋਇਆ ਹੈ, ਧਰਮ ਦੇ ਰਸਤੇ ਤੋਂ ਭੁੱਲਿਆ ਹੋਇਆ, ਅਪਰਾਧ ਕਰਨ ਵਾਲਾ, ਔਗਣ ਕਰਨ ਵਾਲਾ, ਭਾਵੇਂ ਕੋਈ ਧਾਰਮਿਕ ਪਹਿਰਾਵਾ ਪਾ ਕੇ ਬੈਠਾ ਹੋਇਆ, ਧਰਮ ਦੇ ਨਾਂ 'ਤੇ ਲੁੱਟ ਰਿਹਾ ਹੈ, ਚਾਹੇ ਕੋਈ ਕਰਾਮਾਤਾਂ ਦਿਖਾ ਦਿਖਾ ਕੇ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਕਿ ਇਹ ਧਰਮ ਹੈ, ਚਾਹੇ ਕੋਈ ਛਲ ਕਪਟ ਕਰ ਰਿਹਾ ਹੈ ਬੇਅੰਤ ਤਰ੍ਹਾਂ ਦਾ, ਜੈਸੇ ਸੱਜਣ ਠੱਗ ਹੈ, ਸੋਹਣਾ ਬਾਣਾ ਪਹਿਨ ਕਰਕੇ ਦੁਨੀਆ ਦੇ ਕਤਲ ਕਰ ਰਿਹਾ, ਲੁੱਟ ਰਿਹਾ ਹੈ। ਔਰ ਇਸੇ ਤਰ੍ਹਾਂ ਮਲਕ ਭਾਗੋ ਦੀ ਤਰ੍ਹਾਂ ਕਈ ਬੰਦੇ ਬਾਹਰੋਂ ਦੇਖਣ ਨੂੰ ਬੜੇ ਪੁੰਨੀ ਤੇ ਜੱਗੀ ਲੱਗਦੇ ਹਨ, ਜੱਗ ਕਰਨ ਵਾਲੇ, ਭਲਾ ਕਰਨ ਵਾਲੇ, ਪਰ ਕਈ ਤਰ੍ਹਾਂ ਦੇ ਪਾਪ ਕਰ ਰਿਹਾ ਹੈ। ਔਰ ਕਈ ਮਾਇਆ ਦੇ ਪਿੱਛੇ ਦਿਨ ਰਾਤ ਦੌੜ ਰਹੇ ਹਨ, ਦੁਨੀ ਚੰਦ ਵਰਗੇ। ਔਰ ਕਈ ਲੋਕ ਜਾਦੂ ਟੂਣਿਆਂ ਦੇ ਵਿੱਚ ਬੰਗਾਲ ਦੇ ਪਾਸੇ ਅਨੇਕਾਂ ਤਰ੍ਹਾਂ ਦੇ ਇਸ ਤਰ੍ਹਾਂ ਦਾ ਧਰਮ ਦਾ ਰੂਪ ਬਣ ਚੁੱਕਾ ਹੈ। ਔਰ ਕਾਜੀ ਜਿਹੜੇ ਹਨ ਉਹ ਵੀ ਧਰਮ ਭੁੱਲ ਚੁੱਕੇ ਹਨ, ਰਾਜੇ ਵੀ ਧਰਮ ਭੁੱਲ ਚੁੱਕੇ ਹਨ। ਤੇ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ, ਕਹਿ ਚੜਿਆ। ਗੁਰਬਾਣੀ ਦੇ ਵਿੱਚ ਵਚਨ ਹੈ। ਦੇਖਣ ਨੂੰ ਬਾਣੇ ਤਾਂ ਬਹੁਤ ਸਨ ਦੁਨੀਆ ਦੇ ਵਿੱਚ, ਕਈ ਕਈ ਤਰ੍ਹਾਂ ਦੇ ਬਾਣੇ ਲੋਕ ਪਹਿਨਦੇ ਸਨ, ਪਰ ਅੰਦਰ ਧਰਮ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ। ਇਹ ਨਹੀਂ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਕੋਈ ਧਰਮ ਸੀ, ਨਹੀਂ ਹੈ, ਪਰ ਇਕੱਲੇ ਬਾਣੇ ਸਨ, ਦੇਖਣ ਨੂੰ ਲੱਗਦੇ ਸਨ ਧਰਮੀ, ਪਰ ਜਦੋਂ ਗਹੁ ਦੇ ਨਾਲ ਵਿਚਾਰ ਕਰਦੇ ਸਨ, ਕੋਈ ਨੇੜੇ ਹੁੰਦੇ ਸੀ, ਉਤਨਾ ਹੀ ਵੱਡਾ ਪਾਪੀ ਨਿਕਲਦਾ ਸੀਗਾ। ਕੇਵਲ ਬਾਣੇ ਰਹਿ ਗਏ ਸਨ। ਤੇ ਕਹਿਣ ਲੱਗੇ ਕਲ ਕਾਤੀ ਰਾਜੇ ਕਸਾਈ, ਰਾਜੇ ਕਸਾਈ ਬਣ ਗਏ ਸਨ। ਰਾਜੇ ਪਾਪ ਕਮਾਵਦੇ ਉਲਟੀ ਵਾੜ, ਖੇਤ ਕੋ ਖਾਈ। ਜਦੋਂ ਰਾਜਾ ਹੀ ਪਾਪ ਕਮਾਉਣ ਲੱਗ ਪਵੇ, ਜਿਹੜਾ ਜਿਸ ਇਲਾਕੇ ਦਾ ਮੁਖੀ ਹੈ, ਜਿਹਨੇ ਭਲਾ ਕਰਨਾ ਹੈ, ਇਨਸਾਫ ਕਰਨਾ ਹੈ, ਜੇ ਉਹੀ ਲੁੱਟਣ ਲੱਗ ਪਵੇ ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ, ਫਿਰ ਬਚਾਏਗਾ ਕੌਣ? ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਕਵਾਈ। ਕਾਜੀ ਰਿਸ਼ਵਤੀ ਹੋ ਗਏ
ਰਾਜੇ ਪਰਜਾ ਨੂੰ ਮਾਰਨ ਲੱਗੇ। ਔਰ ਇਸ ਤਰ੍ਹਾਂ ਦਾ ਜਦੋਂ ਧਰਤੀ ਦਾ ਹਾਲ ਹੋ ਗਿਆ ਤੇ ਧਰਤੀ ਕੁਰਲਾਈ ਸੀ ਪਰਮਾਤਮਾ ਦੇ ਚਰਨਾਂ ਦੇ ਵਿੱਚ। ਫਿਰ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਪ੍ਰਗਟ ਹੋਏ। ਉਹਨਾਂ ਨੇ ਥਾਂ ਥਾਂ 'ਤੇ ਜਾ ਕਰਕੇ ਜੀਵਾਂ ਨੂੰ ਉਪਦੇਸ਼ ਦਿੱਤਾ। ਅੰਮ੍ਰਿਤਮਈ ਗੁਰਬਾਣੀ ਗਾ ਕਾ ਕੇ ਜਗਤ ਜਲੰਦੇ ਨੂੰ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ। ਇੱਕ ਵਿਦਵਾਨ ਨੇ ਬੜਾ ਖੂਬਸੂਰਤ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਰਬਾਬ ਦੇ ਵਿੱਚ ਇਤਨੀ ਕਰਾਮਾਤ ਹੈ ਕਿ ਉਤਨੇ ਲੋਕ ਧਰਮ ਦੇ ਰਸਤੇ 'ਤੇ ਜਾਂ ਬੜੇ ਬੜੇ ਦੁਨੀਆ ਦੇ ਵਿੱਚ ਰਾਜੇ ਮਹਾਰਾਜੇ ਬਾਦਸ਼ਾਹ ਤਾਕਤਵਰ ਵੀ ਹੋਏ। ਜਿਸ ਤਰ੍ਹਾਂ ਔਰੰਗਜ਼ੇਬ ਹੈ, ਉਹਨੇ ਤਲਵਾਰ ਦੇ ਬਲ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ, ਧਰਮੀ ਬਣਾਉਣ ਦਾ ਯਤਨ ਕੀਤਾ। ਸਵਾ ਮਨ ਉਹਦੇ ਹੁਕਮ ਦੇ ਵਿੱਚ ਜਨੇਊ ਵੀ ਲੱਥੇ, ਪਰ ਉਹਨੇ ਲੋਕਾਂ ਨੂੰ ਉਹ ਆਪਣੇ ਵੱਲ ਖਿੱਚ ਨਹੀਂ ਸਕਿਆ ਜਿੰਨੇ ਲੋਕਾਂ ਨੂੰ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਬਾਬ ਨੇ ਆਪਣੇ ਵੱਲ ਖਿੱਚਿਆ ਹੈ, ਸ਼ਬਦ ਨੇ ਖਿੱਚਿਆ ਹੈ। ਔਰ ਜਿਤਨਾ ਭਲਾ ਗੁਰੂ ਨਾਨਕ ਸਾਹਿਬ ਜੀ ਦੀ ਮਿਠਾਸ ਨੇ, ਅੰਮ੍ਰਿਤਮਈ ਕੀਰਤਨ ਨੇ ਕੀਤਾ, ਉਤਨਾ ਕੋਈ ਨਹੀਂ ਕਰ ਸਕਿਆ। ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਜਿੱਥੇ ਜਿੱਥੇ ਜਾ ਕਰਕੇ ਬੈਠ ਗਏ, ਭਾਵੇਂ ਦੁਨੀ ਚੰਦ ਵਰਗੇ ਹਨ, ਭਾਵੇਂ ਸੱਜਣ ਵਰਗੇ ਹਨ, ਅਨੇਕਾਂ ਮਲਕ ਭਾਗੋ ਵਰਗੇ ਹਨ, ਸਾਰਿਆਂ ਨੂੰ ਧਰਮ ਦਾ ਰਸਤਾ ਸਿਖਾਇਆ ਹੈ। ਔਰ ਸੱਚ ਸੁਣਾਈ ਸੀ, ਸੱਚ ਕੀ ਬੇਲਾ। ਜਿਹੜਾ ਸੱਚ ਸੀਗਾ ਨਾ, ਭਾਵੇਂ ਉਹ ਬਾਬਰ ਵਰਗਾ ਹੈ, ਉਹਦੇ ਸਾਹਮਣੇ ਸੱਚ ਬੋਲਿਆ। ਭਾਵੇਂ ਬਾਬਰ ਨੇ ਜੇਲ੍ਹ ਦੇ ਵਿੱਚ ਵੀ ਬੰਦ ਕਰ ਦਿੱਤਾ, ਪਰ ਸਤਿਗੁਰਾਂ ਨੇ ਸੱਚ ਬੋਲਿਆ ਉਸ ਵੇਲੇ। ਔਰ ਜਿਸ ਤਰ੍ਹਾਂ ਦੇ ਪਾਪ ਹੋ ਰਹੇ ਸਨ, ਪਾਤਸ਼ਾਹ ਜੀ ਨੇ ਆਵਾਜ਼ ਉਠਾਈ ਤੇ ਜਿਹੜੇ ਪਖੰਡੀ ਸਨ ਉਹਨਾਂ ਦੇ ਪਰਦੇ ਜ਼ਾਹਰ ਕੀਤੇ। ਜਿਹੜੇ ਲੋਕ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਨ, ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾਇਆ। ਜਿਹੜੇ ਹੋਰ ਧਾਰਮਿਕ ਬਾਣੇ ਪਹਿਨ ਕੇ ਦੁਨੀਆ ਦਾ ਸ਼ੋਸ਼ਣ ਕਰ ਰਹੇ ਸਨ, ਲੁੱਟ ਰਹੇ ਸਨ, ਉਹਨਾਂ ਦਾ ਪਾਜ ਉਧੇੜਿਆ। ਉਹਨਾਂ ਦੇ ਨਾਲ ਜਾ ਜਾ ਕੇ ਚਰਚਾ ਕੀਤੀ, ਗੋਸ਼ਟੀ ਕੀਤੀ, ਔਰ ਉਹਨਾਂ ਨੂੰ ਵੀ ਧਰਮ ਦਾ ਰਸਤਾ ਦੱਸਿਆ ਕਿ ਭਾਈ ਧਰਮ ਕੀ ਹੈ। ਵੱਡੀਆਂ ਉਦਾਸੀਆਂ ਕਰਨ ਤੋਂ ਬਾਅਦ ਗਰੀਬ ਨਿਵਾਜ ਸਤਿਗੁਰਾਂ ਨੇ 4 ਵੱਡੀਆਂ ਉਦਾਸੀਆਂ ਕੀਤੀਆਂ। ਔਰ ਫਿਰ ਇੱਕ ਛੋਟੀ ਫੇਰੀ ਅਚਲ ਵਟਾਲੇ ਦੀ ਕੀਤੀ, 5 ਉਦਾਸੀਆਂ ਛੋਟੀ ਪਾ ਕਰਕੇ। ਅਤੇ ਫਿਰ ਪਾਤਸ਼ਾਹ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਫਿਰ ਬਾਬਾ ਆਇਆ ਕਰਤਾਰਪੁਰ। ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸਤਿਗੁਰੂ ਜੀ ਫਿਰ ਆਪਣੇ ਅਖੀਰਲੇ ਸਮੇਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਟਿਕ ਗਏ। ਅਤੇ ਉੱਥੇ ਰਹਿ ਕਰਕੇ ਫਿਰ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਕਿਰਤ ਕੀਤੀ, ਖੇਤੀ ਕੀਤੀ। ਔਰ ਉੱਥੇ ਹੀ ਫਿਰ ਭਾਈ ਲਹਿਣਾ ਜੀ ਨੇ ਆ ਕਰਕੇ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ ਹੈ। ਔਰ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਦਾ ਭਲਾ ਕਰਕੇ ਜਿਹੜੀ ਜੋਤ ਹੈ ਉਹ ਅੱਗੇ ਲਹਿਣੇ ਦੇ ਵਿੱਚ ਟਿਕਾ ਦਿੱਤੀ। ਲਹਿਣੇ ਭਾਈ ਨਾਨਕੋਂ, ਭਾਈ ਲਹਿਣਾ ਜੀ ਨੇ ਨਾਨਕ ਦੇਵ ਜੀ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਔਰ ਗੁਰੂ ਬਣੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਅੱਜ ਵਾਲੇ ਦਿਨ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਇਹ ਜਿਹੜਾ ਸਰੀਰ ਛੱਡਿਆ ਹੈ, ਤਿਆਗਿਆ ਹੈ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਨਾਨਕ ਦੇਵ ਜੀ ਅੱਜ ਵਾਲੇ ਦਿਨ ਜੋਤੀ ਜੋਤ ਸਮਾਏ। ਉਹਨਾਂ ਦੇ ਐਸੇ ਮਹਾਨ ਕਾਰਜ ਨੂੰ ਸੀਸ ਝੁਕਦਾ ਹੈ, ਕੋਟਾਨ ਕੋਟ ਪ੍ਰਣਾਮ ਹੈ। ਆਪ ਸਮੂਹ ਸੰਗਤ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਗੁਰਸਿੱਖੀ ਵਾਲਾ ਸਾਨੂੰ ਜੀਵਨ ਬਖਸ਼ ਕੇ ਨਿਹਾਲ ਕਰਨ। ਆਓ ਸਾਰੀ ਸੰਗਤ ਕੁਝ ਕੁ ਸਮੇਂ ਵਾਸਤੇ ਸਿਮਰਨ ਦੇ ਵਿੱਚ ਜੁੜੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।